सोमवार ਨੂੰ ਭਾਰਤ ਸਰਕਾਰ ਸਮੇਤ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੇ ਬੜੇ ਹੀ ਜੋਸ਼ੋ ਖਰੋਸ਼ ਦੇ ਨਾਲ ਉਤਸ਼ਾਹ ਦੇ ਨਾਲ ਭਾਰਤ ਦੀ ਵੰਡ ਦਾ 76ਵਾਂ ਦਿਹਾੜਾ ਮਨਾਇਆ। ਇਸ ਮੌਕੇ ਲਾਲ ਕਿਲੇ ਦੀ ਫਸੀਲ ਤੋਂ ਬੋਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇ ਸਾਡੇ ਮਨ ਦੇ ਵਿੱਚ ਹੁਣ ਵੀ ਗੁਲਾਮੀ ਦਾ ਅਹਿਸਾਸ ਹੈ ਤਾਂ ਇਹਨੂੰ ਰਹਿਣ ਨਹੀਂ ਦੇਣਾ। ਹੁਣ ਸਾਨੂੰ 100% ਦੀ ਗੁਲਾਮੀ ਤੋਂ ਆਜ਼ਾਦੀ ਪਾਉਣੀ ਹੋਵੇਗੀ। ਔਰਤਾਂ ਨੂੰ ਗਾਲਾਂ ਕੱਢਣ ਦੀ ਗੱਲ ਕਰਦੇ ਪ੍ਰਧਾਨ ਮੰਤਰੀ ਮੋਦੀ ਭਾਵੁਕ ਹੋਵੇ, ਕਹਿੰਦੇ ਕਿ ਅਸੀਂ ਇਹ ਭੈੜੀ ਆਦਤ ਛੱਡ ਸਕਦੇ ਹਾਂ। ਦਰਅਸਲ ਗੱਲ ਵੀ ਸਹੀ ਹੈ ਕਿਉਂਕਿ ਇਹ ਆਮ ਵਰਤਾਰਾ ਹੈ ਕਿ ਬੰਦਿਆਂ ਦੀ ਲੜਾਈ ਹੋਵੇ ਭਾਵੇਂ, ਪਰ ਗਾਲਾਂ ਨੇ ਜਿਹੜੀਆਂ ਔਰਤਾਂ ਨੂੰ ਹੀ ਕੱਢੀਆਂ ਜਾਂਦੀਆਂ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਵਿੱਚ ਕਿਹਾ ਕਿ ਹਾਲੇ ਅਸੀਂ ਪੂਰੇ ਆਜ਼ਾਦ ਨਹੀਂ ਹੋਏ ਹਾਂ। ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ MP, ਉਹਨਾਂ ਨੇ ਆਪਣੇ ਘਰ ਤੇ ਤਿਰੰਗੇ ਦੀ ਥਾਂ ਕੇਸਰੀ ਝੰਡਾ ਲਹਿਰਾਇਆ। ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਸਵਾ ਘੰਟੇ ਦਾ ਥਕਾਊ ਭਾਸ਼ਣ ਦੱਸਿਆ ਤੇ ਜਵਾਬ ਵੀ ਦਿੱਤੇ। ਅਮਰੀਕਾ ਤੇ ਪਾਕਿਸਤਾਨ ਤੋਂ ਵੰਡ ਦੇ 76ਵੇਂ ਸਾਲ ਮੌਕੇ ਕੀ ਸੁਨੇਹੇ ਆਏ ਨੇ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਮ ਆਦਮੀ ਕਲੀਨਿਕ ਸ਼ੁਰੂ ਕਰ ਦਿੱਤੇ ਨੇ। ਮਾਨ ਸਾਹਿਬ ਦੀ ਲਿਸ਼ਕਵੀਂ ਤਸਵੀਰ ਵਿਰੋਧੀਆਂ ਨੂੰ ਪਸੰਦ ਨਹੀਂ ਆ ਰਹੀ। ਭਗਵੰਤ ਮਾਨ ਦੇ ਸੂਬਾ ਪੱਧਰੀ ਸਮਾਗਮ ਮੌਕੇ ਲੁਧਿਆਣਾ ਦੇ ਵਿੱਚ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਖੁਦ ਸਰਕਾਰ ਨੇ ਹੀ ਕਿਵੇਂ ਉਡਾ ਦਿੱਤੀਆਂ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਦੇ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸ਼ੁਰੂਆਤ ਕਰਾਂਗੇ ਸ਼ੁੱਕਰਵਾਰ ਦੀ ਲੋਕ ਰਾਏ ਦੇ ਨਤੀਜੇ ਤੋਂ। ਸ਼ੁੱਕਰਵਾਰ ਦੀ ਲੋਕ ਰਾਏ ਸੀ ਕਿ ਸੁਪਰੀਮ ਕੋਰਟ ਨੇ EVM ਦੀ ਬਜਾਏ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਤੁਹਾਡੇ ਮੁਤਾਬਿਕ ਵੋਟਾਂ EVM ਰਾਹੀਂ ਹੋਣੀਆਂ ਚਾਹੀਦੀਆਂ ਨੇ ਤਾਂ ਸਾਡੇ ਸਿਰਫ 8% ਦਰਸ਼ਕਾਂ ਨੇ ਹਾਂ ਦੇ ਵਿੱਚ ਉੱਤਰ ਦਿੱਤਾ ਹੈ ਕਿ EVM ਵਿਧੀ ਸਹੀ ਹੈ, ਜਦਕਿ 94% ਦਰਸ਼ਕਾਂ ਨੇ ਨਾਂ ਦੇ ਵਿੱਚ ਉੱਤਰ ਦਿੱਤਾ ਹੈ EVM ਤੇ ਕਿਸੇ ਨੂੰ ਬਹੁਤਾ ਭਰੋਸਾ ਨਹੀਂ ਹੈ। ਜਦਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ EVM ਰਾਹੀਂ ਵੋਟਾਂ ਕਰਵਾਉਣ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਹੈ। ਅੱਜ ਦੀ ਲੋਕ ਰਾਏ ਹੈ ਕਿ ਲਾਲ ਕਿਲੇ ਤੇ ਵੰਡ ਦੀ 76ਵੀਂ ਬਰਸੀ ਮੌਕੇ ਭਾਵੁਕ ਹੁੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੀ ਅਸੀਂ ਆਪਣੀਆਂ ਤੇ ਪਰਾਈਆਂ ਮਾਵਾਂ, ਧੀਆਂ ਤੇ ਭੈਣਾਂ ਨੂੰ ਗਾਲਾਂ ਕੱਢਣ ਦੀ ਆਦਤ ਤਿਆਗ ਸਕਦੇ ਹਾਂ। ਗੱਲ ਤਾਂ ਸਹੀ ਵੀ ਹੈ ਕਿਉਂਕਿ ਬੰਦਿਆਂ ਦੀ ਲੜਾਈ ਵਿੱਚ ਵੀ ਗਾਲਾਂ ਨੇ ਜਿਹੜੀਆਂ ਔਰਤਾਂ ਨੂੰ ਹੀ ਕੱਢੀਆਂ ਜਾਂਦੀਆਂ ਨੇ। ਆਖਿਰਕਾਰ ਕਿਉਂ ਕੱਢੀਆਂ ਜਾਂਦੀਆਂ ਨੇ, ਇਹ ਵੀ ਸਵਾਲ ਹੈ। ਸੋ ਕੀ ਤੁਸੀਂ ਪ੍ਰਧਾਨ ਮੰਤਰੀ ਦੀ ਇਸ ਅਪੀਲ ਦੇ ਨਾਲ ਸਹਿਮਤ ਹੋ? ਕੀ ਤੁਹਾਨੂੰ ਵੀ ਲੱਗਦਾ ਹੈ ਕਿ ਆਦਤ ਜਿਹੜੀ ਹੈ ਉਹ ਤਿਆਗ ਦੇਣੀ ਚਾਹੀਦੀ ਹੈ? ਜੇ ਤੁਹਾਨੂੰ ਲੱਗਦਾ ਹੈ ਕਿ ਸਹੀ ਗੱਲ ਹੈ, ਯੈਸ ਜਾਂ ਹਾਂ ਲਿਖਿਓ। ਜੇ ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਗਲਤ ਅਪੀਲ ਕਰਤੀ ਤਾਂ ਨੋ ਜਾਂ ਨਾ ਲਿਖਿਓ। ਖਬਰਾਂ ਵਿਸਥਾਰ ਦੇ ਨਾਲ ਤੇ ਗੱਲ ਪਹਿਲਾਂ ਆਜ਼ਾਦੀ ਦਿਹਾੜੇ ਨੂੰ ਲੈ ਕੇ ਜਿਹੜੀਆਂ ਖਬਰਾਂ ਮਿਲੀਆਂ ਨੇ ਪੂਰੇ ਦੇਸ਼ ਤੋਂ, ਉਹਨਾਂ ਦੀ ਹੀ ਗੱਲ ਕਰਾਂਗੇ। ਭਾਵੇਂ ਸਰਕਾਰਾਂ ਇਸ ਨੂੰ ਆਜ਼ਾਦੀ ਦੇ ਜਸ਼ਨਾਂ ਵਾਂਗੂ ਮਨਾਉਂਦੀਆਂ ਨੇ, ਪਰ ਜ਼ਿਆਦਾਤਰ ਲੋਕ ਇਸ ਨੂੰ ਵੰਡ ਕਹਿੰਦੇ ਨੇ ਕਿ ਦੋ ਮੁਲਕਾਂ ਦੀ ਵੰਡ ਹੋ ਗਈ ਸੀ, ਇੱਕ ਮੁਲਕ ਦੀ ਵੰਡ ਹੋ ਕੇ ਦੋ ਬਣ ਗਏ ਸੀ। ਤੇ ਕਈ ਲੋਕ ਜਿਨ੍ਹਾਂ ਨੇ ਇਸ ਨੂੰ ਹੱਡੀ ਹੰਡਾਇਆ ਉਹ ਇਸ ਨੂੰ ਰੌਲੇ ਵਾਲੇ ਦਿਨ ਵੀ ਕਹਿੰਦੇ ਨੇ। ਅਸੀਂ ਸਭ ਤੋਂ ਪਹਿਲਾਂ ਬੁਲੇਟਿਨ ਦੇ ਵਿੱਚ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੜ੍ਹਦੇ ਤੇ ਲਹਿੰਦੇ ਪਾਸੇ ਵਸਦੇ ਸਾਰੇ ਲੋਕ ਖੁਸ਼ੀ ਵਸਣ, ਸਾਰੇ ਲੋਕ ਸੁਖੀ ਵਸਣ, ਇਹ ਦੁਆ ਕਰਦੇ ਆਂ, ਅਰਦਾਸ ਕਰਦੇ ਆਂ। ਖਬਰਾਂ ਦੇ ਵਿਸਥਾਰ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ 15 ਅਗਸਤ ਦੇ ਆਜ਼ਾਦੀ ਦੇ ਜਸ਼ਨਾਂ ਦੀ। 15 ਅਗਸਤ ਨੂੰ ਭਾਰਤ ਨੇ 76ਵਾਂ ਆਜ਼ਾਦੀ ਦਿਹਾੜਾ ਮਨਾਇਆ। ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9ਵੀਂ ਵਾਰੀ ਲਾਲ ਕਿਲੇ ਦੀ ਫਸੀਲ ਤੋਂ ਤਿਰੰਗਾ ਲਹਿਰਾਇਆ। ਇਸ ਦੌਰਾਨ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ ਤੇ ਖਾਸ ਗੱਲ ਇਸ ਵਾਰੀ ਇਹ ਰਹੀ, ਜਿਹੜੀ ਪਹਿਲੀ ਵਾਰੀ ਹੋਈ ਹੈ ਕਿ 75 ਸਾਲਾਂ ਬਾਅਦ ਮੇਡ ਇਨ ਇੰਡੀਆ ਤੋਪਾਂ ਦੇ ਨਾਲ ਸਲਾਮੀ ਦਿੱਤੀ ਗਈ। ਗੰਨਾਂ ਵੀ ਦੇਸੀ ਵਰਤੀਆਂ ਗਈਆਂ। ਅਜਿਹਾ ਕਰਕੇ ਦੁਨੀਆ ਨੂੰ ਸੰਦੇਸ਼ ਦਿੱਤਾ ਭਾਰਤ ਸਰਕਾਰ ਨੇ ਕਿ ਭਾਰਤ ਹੁਣ ਆਪਣੇ ਹਥਿਆਰ ਵੀ ਬਣਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੀ ਫਸੀਲ ਤੋਂ ਸੰਬੋਧਨ ਕੀਤਾ ਤੇ ਦੇਸ਼ ਵਾਸੀਆਂ ਦੇ ਸਾਹਮਣੇ 5 ਸੰਕਲਪ ਰੱਖੇ। 83 ਮਿੰਟ ਦਾ ਲੰਬਾ ਚੌੜਾ ਭਾਸ਼ਣ ਪ੍ਰਧਾਨ ਮੰਤਰੀ ਨੇ ਦਿੱਤਾ ਅਤੇ ਇਸ ਮੌਕੇ ਉਹ ਔਰਤਾਂ ਦੇ ਸਨਮਾਨ ਨੂੰ ਲੈ ਕੇ ਭਾਵੁਕ ਵੀ ਹੋ ਗਏ। ਜਿਹੜੇ 5 ਸੰਕਲਪ ਨੇ, ਇੱਕ ਤਾਂ ਕਹਿੰਦੇ ਕਿ ਸਾਨੂੰ ਵੱਡੇ ਸੰਕਲਪ ਲੈ ਕੇ ਚੱਲਣਾ ਪਊਗਾ। ਜੇ ਸਾਨੂੰ ਹਾਲੇ ਵੀ ਗੁਲਾਮੀ ਦਾ ਅਹਿਸਾਸ ਹੈ ਤਾਂ ਅਸੀਂ ਇਹਨੂੰ ਰਹਿਣ ਨਹੀਂ ਦੇਣਾ। ਹੁਣ ਸਾਨੂੰ 100% ਦੀ ਗੁਲਾਮੀ ਤੋਂ ਆਜ਼ਾਦੀ ਪਾਉਣੀ ਹੋਵੇਗੀ। ਬੜਾ ਹੀ ਵੱਡਾ ਤੇ ਹੈਰਾਨੀਜਨਕ ਬਿਆਨ ਹੈ ਪ੍ਰਧਾਨ ਮੰਤਰੀ ਦਾ। ਤੀਸਰਾ, ਉਹਨਾਂ ਨੇ ਕਿਹਾ ਕਿ ਸਾਨੂੰ ਸਾਡੀ ਵਿਰਾਸਤ ਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਸਾਡੀ ਵਿਰਾਸਤ ਬਹੁਤ ਹੀ ਮਹਿੰਗੀ ਹੈ, ਉੱਚੀ ਹੈ। ਏਕਤਾ ਤੇ ਇਕਜੁੱਟਤਾ ਦੇਸ਼ ਵਾਸੀਆਂ ਦੇ ਵਿੱਚ ਬਹੁਤ ਜ਼ਰੂਰੀ ਹੈ। ਏਕਤਾ ਦੀ ਤਾਕਤ ਭਾਰਤ ਨੂੰ ਵੱਡਾ ਬਣਾਏਗੀ। ਨਾਗਰਿਕਾਂ ਦੀਆਂ ਕੁਝ ਜ਼ਿੰਮੇਵਾਰੀਆਂ ਨੇ ਜਿਸ ਤੋਂ PM ਤੇ CM ਵੀ ਕਹਿੰਦੇ ਬਾਹਰ ਨਹੀਂ ਹੈਗੇ, ਉਹ ਵੀ नागरिक ने। हमने 75 साल में कई सारी सिद्धियां भी प्राप्त की हैं। हमने 75 साल के अनुभव में नए सपने भी संजोए हैं, नए संकल्प भी लिए हैं। लेकिन अमृतकाल के लिए हमारे ऑप्टिमम आउटकम कैसे हो, हमारी प्राकृतिक संपदा का ऑप्टिमम आउटकम कैसे हो, इस लक्ष्य को लेकर के हमें चलना है।
और तब ਔਰਤਾਂ ਬਾਰੇ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਹ ਸ਼ਾਇਦ ਲਾਲ ਕਿਲੇ ਦਾ ਵਿਸ਼ਾ ਨਹੀਂ ਹੋ ਸਕਦਾ, ਪਰ ਮੈਂ ਇਹ ਦਰਦ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਕਿਸੇ ਨਾ ਕਿਸੇ ਕਾਰਨ ਆਪਣੀ ਬੋਲਚਾਲ ਰਾਹੀਂ ਰੋਜ਼ਾਨਾ ਔਰਤਾਂ ਦਾ ਅਪਮਾਨ ਕਰਦੇ ਹਾਂ। ਪ੍ਰਧਾਨ ਮੰਤਰੀ ਨੇ ਸਾਰੇ ਲੋਕਾਂ ਨੂੰ ਕਿਹਾ ਕਿ ਕੀ ਅਸੀਂ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਆਪਣੇ ਇਸ ਘਟੀਆ ਸੁਭਾਅ ਤੋਂ ਮੁਕਤੀ ਲੈ ਸਕਦੇ ਹਾਂ। ਔਰਤਾਂ ਦਾ ਸਨਮਾਨ ਰਾਸ਼ਟਰ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਇੱਕ ਵੱਡਾ ਖਜ਼ਾਨਾ ਹੋਵੇਗਾ। इस दौरान प्रधानमंत्री ने अपने भाषण दे विच परिवारवाद ते भ्रिष्टाचार ते भी सख्त टिप्पणी की। क्या हम स्वभाव से, संस्कार से, रोजमर्रा की जिंदगी में नारी को अपमानित करने वाली हर बात से मुक्ति का संकल्प ले सकते हैं? ਭਾਸ਼ਣ ਤੋਂ ਬਾਅਦ ਪ੍ਰਧਾਨ ਮੰਤਰੀ ਵੱਖ-ਵੱਖ ਸੂਬਿਆਂ ਦੇ ਸਕੂਲੀ ਬੱਚਿਆਂ ਨੂੰ ਮਿਲੇ। ਇਸ ਦੌਰਾਨ ਪੰਜਾਬ ਦੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਪੀਐਮ ਮੋਦੀ ਨੇ ਉਹਨਾਂ ਨੂੰ ਭੰਗੜੇ ਦੀ ਪੇਸ਼ਕਾਰੀ ਲਈ ਕਿਹਾ ਤਾਂ ਬੱਚਿਆਂ ਨੇ ਵੀ ਢੋਲ ਦੀ ਥਾਪ ਤੇ ਭੰਗੜਾ ਪਾਇਆ। ਪੀਐਮ ਮੋਦੀ ਦੇ ਲੰਬੇ ਭਾਸ਼ਣ ਦੀਆਂ 10 ਜਿਹੜੀਆਂ ਮੁੱਖ ਗੱਲਾਂ ਨੇ ਉਹਨਾਂ ਦੇ ਵਿੱਚ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਖਿਲਾਫ ਜੰਗ, ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਦੇ ਨਾਲ ਜੈ ਅਨੁਸੰਧਾਨ ਦਾ ਵੀ ਨਾਰਾ ਦਿੱਤਾ। ਸੰਯੁਕਤ ਪਰਿਵਾਰ ਕਹਿੰਦੇ ਬਹੁਤ ਜ਼ਰੂਰੀ ਹੈ, ਯਾਨੀ ਕਿ ਪੂਰੇ ਦੇਸ਼ ਨੂੰ ਮਿਲ ਕੇ ਚੱਲਣ ਦੀ ਉਹਨਾਂ ਨੇ ਅਪੀਲ ਕੀਤੀ, ਗੱਲ ਕੀਤੀ, ਸੱਦਾ ਦਿੱਤਾ। भारत जैसे लोकतंत्र में जहां लोग गरीबी से जूझ रहे हैं, जब एक तरफ से देखते हैं, एक तरफ वो लोग हैं जिनके पास रहने के लिए जगह नहीं है, दूसरी तरफ वो तरफ लोग हैं जिनको अपना चोरी किया हुआ माल रखने के लिए जगह नहीं है। ये स्थिति अच्छी नहीं है और इसलिए हमें भ्रष्टाचार के खिलाफ पूरी ताकत से लड़ना है। पिछले 8 वर्षों में डायरेक्ट बेनिफिट ट्रांसफर के द्वारा आधार, मोबाइल, इन सारे आधुनिक व्यवस्थाओं का उपयोग करते हुए 2 लाख करोड़ रुपए जो गलत हाथों में जाते थे उसको बचा करके देश की भलाई के लिए काम लगाने में हम सफल हुए। ਅਹਿਮ ਗੱਲ ਕੀਤੀ, ਕਹਿੰਦੇ ਜਦੋਂ ਅਸੀਂ ਆਜ਼ਾਦੀ ਦੀ ਚਰਚਾ ਕਰਦੇ ਹਾਂ ਤਾਂ ਜੰਗਲਾਂ ਦੇ ਵਿੱਚ ਰਹਿਣ ਵਾਲੇ ਆਦੀਵਾਸੀ ਸਮਾਜ ਦਾ ਗੌਰਵ ਨਹੀਂ ਭੁੱਲਣਾ ਚਾਹੀਦਾ। ਬਿਸਰਾ ਮੁੰਡਾ ਵਰਗੇ ਜਿਹੇ ਕਈ ਨਾਮ ਨੇ ਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਦੀ ਆਵਾਜ਼ ਬੁਲੰਦ ਕੀਤੀ। 75 ਸਾਲਾਂ ਦੌਰਾਨ ਸਭ ਨੇ ਦਰਦ ਵੀ ਮਾਣਿਆ, ਖੁਸ਼ੀ ਵੀ ਮਾਣੀ। 14 ਅਗਸਤ ਨੂੰ ਬਟਵਾਰੇ ਦਾ ਦਰਦ ਵੀ ਕਹਿੰਦੇ ਸਭ ਨੇ ਮਿਲ ਕੇ ਵੰਡਿਆ। ਪ੍ਰਧਾਨ ਮੰਤਰੀ ਨੇ ਇਹ ਵੀ ਵੱਡਾ ਬਿਆਨ ਦਿੱਤਾ, ਕਹਿੰਦੇ ਸਾਨੂੰ ਡਰਾਇਆ ਗਿਆ ਪਰ ਫਿਰ ਵੀ ਅਸੀਂ ਅੱਗੇ ਵਧਦੇ ਰਹੇ। ਪਿਛਲੇ 75 ਸਾਲਾਂ ਦੇ ਵਿੱਚ ਦੁੱਖ ਸੁੱਖ ਸਹਿ ਕੇ ਅੱਗੇ ਵਧਦੇ ਰਹੇ ਕਿਉਂਕਿ ਸਾਡੇ ਅੰਦਰ ਇੱਕ ਜ਼ਿੱਦ ਸੀ, ਜਨੂਨ ਸੀ, ਕਿਉਂਕਿ ਇਹ ਹਿੰਦੁਸਤਾਨ ਹੈ, ਹਮੇਸ਼ਾ ਜਿੱਤਦਾ ਰਿਹਾ। ਅਨਾਜ ਦਾ ਸੰਕਟ ਵੀ ਝੱਲਿਆ, ਜੰਗ ਦਾ ਸ਼ਿਕਾਰ ਵੀ ਹੋਏ, ਦਹਿਸ਼ਤਗਰਦੀ ਦੇ ਖਿਲਾਫ ਵੀ ਮਜ਼ਬੂਤੀ ਦੇ ਨਾਲ ਲੜੇ। ਪ੍ਰਧਾਨ ਮੰਤਰੀ ਨੇ ਸੁਨੇਹਾ ਦਿੱਤਾ ਕਿ ਅਸੀਂ ਆਤਮ ਨਿਰਭਰ ਬਣਨਾ ਹੈ। ਭਾਰਤ ਹੁਣ ਮੈਨੂਫੈਕਚਰਿੰਗ ਦਾ ਹੱਬ ਬਣ ਰਿਹਾ ਹੈ ਤੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੈ ਕਿ ਸਾਡੇ ਮੁਲਕ ਦੇ ਵਿੱਚ ਬਣੀਆਂ ਜਿਹੜੀਆਂ ਵਸਤੂਆਂ ਨੇ ਉਹਨਾਂ ਦੀ ਅਸੀਂ ਵਰਤੋਂ ਕਰਨੀ ਹੈ। ਫੌਜ ਦੇ ਜਵਾਨਾਂ ਨੂੰ ਕਹਿੰਦੇ ਸਲਾਮ ਕਰਨ ਦਾ ਇਹ ਦਿਨ ਹੈ। ਆਜ਼ਾਦੀ ਦੇ 75 ਸਾਲ ਤੋਂ ਬਾਅਦ ਜਿਹੜੀ ਆਵਾਜ਼ ਨੂੰ ਸੁਣਨ ਲਈ ਸਾਡੇ ਕੰਨ ਤਰਸ ਰਹੇ ਸੀ, ਉਹ ਆਵਾਜ਼ ਅਸੀਂ ਸੁਣੀ ਹੈ। ਸਾਡੇ ਤਿਰੰਗੇ ਨੂੰ ਸਲਾਮੀ ਦੇਣ ਦਾ ਕੰਮ ਸਾਡੀ ਮੇਡ ਇਨ ਇੰਡੀਆ ਤੋਪ ਨੇ ਕੀਤਾ ਹੈ। ਮੋਦੀ ਨੇ ਦੇਸ਼ ਦੀ ਸਾਰੀ ਫੌਜ ਦਾ ਧੰਨਵਾਦ ਵੀ ਕੀਤਾ। मेरे भाई बहनों, मैं आज मेरे देश के सेना के जवानों का हृदय से अभिनंदन करना चाहता हूं। मेरी आत्मनिर्भर की बात को संगठित स्वरूप में, साहस के स्वरूप में मेरी सेना के जवानों ने, सेना नायकों ने जिस जिम्मेवारी के साथ कंधे पे उठाया है, मैं उनको जितनी सैल्यूट करूं उतनी कम है दोस्तों। उधर कांग्रेस पार्टी ने प्रधानमंत्री नरेंद्र मोदी ਦੇ ਲਾਲ ਕਿਲੇ ਤੋਂ ਮੁਲਕ ਦੇ ਨਾਮ ਦਿੱਤੇ ਸੰਬੋਧਨ ਦੇ ਵਿੱਚ ਮਹਾਤਮਾ ਗਾਂਧੀ ਦੇ ਰਾਹ ਤੇ ਚੱਲਣ ਦੀ ਗੱਲ ਤੇ ਤੰਜ ਕੱਸਿਆ। ਟਵਿੱਟਰ ਹੈਂਡਲ ਤੇ ਕਾਂਗਰਸ ਪਾਰਟੀ ਨੇ ਟਵੀਟ ਕੀਤਾ ਕਿ ਆਮ ਜਨਤਾ ਨੂੰ ਲੁੱਟ ਕੇ ਚੁਣਿੰਦਾ ਉਦਯੋਗਪਤੀ ਮਿੱਤਰਾਂ ਦੀਆਂ ਜੇਬਾਂ ਭਰਨ ਵਾਲੇ ਲੋਕ ਮਹਾਤਮਾ ਗਾਂਧੀ ਦਾ ਨਾਮ ਨਾ ਹੀ ਲੈਣ ਤਾਂ ਚੰਗਾ ਹੋਊਗਾ। ਕਹਿੰਦੇ ਦੇਸ਼ ਦੇ 84% ਲੋਕਾਂ ਦੀ ਆਮਦਨ ਘੱਟ ਹੈ। ਭਾਰਤ ਸਮੂਹਿਕ ਗਰੀਬੀ ਵਾਲੇ ਦੇਸ਼ਾਂ ਵਿੱਚ ਫਿਰ ਤੋਂ ਸ਼ਾਮਿਲ ਹੋ ਰਿਹਾ ਹੈ। ਅਮੀਰ ਤੇ ਗਰੀਬ ਦਾ ਪਾੜਾ ਫਿਰ ਤੋਂ ਡੂੰਘਾ ਹੁੰਦਾ ਜਾ ਰਿਹਾ ਹੈ। ਦਰਅਸਲ ਪ੍ਰਧਾਨ ਮੰਤਰੀ
ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਗਾਂਧੀ ਨੂੰ ਯਾਦ ਕਰਦਿਆਂ ਕਿਹਾ ਸੀ ਕਿ ਅਸੀਂ ਸਾਰੇ ਦੇਸ਼ਵਾਸੀ ਧੰਨਵਾਦੀ ਹਾਂ। ਪੂਜਨੀਕ ਬਾਪੂ ਨੇਤਾ ਜੀ ਸੁਭਾਸ਼ ਚੰਦਰ ਬੋਸ, ਵੀਰ ਸਾਵਰਕਰ ਦੇ ਰਿਣੀ ਆ ਜਿਨ੍ਹਾਂ ਨੇ ਕਰਤੱਵ ਦੇ ਰਾਹ ਤੇ ਚੱਲਦਿਆਂ ਆਪਣੇ ਜੀਵਨ ਕੁਰਬਾਨ ਕਰ ਦਿੱਤੇ। ਕਹਿੰਦੇ ਫਰਜ਼ ਦਾ ਮਾਰਗ ਹੀ ਉਹਨਾਂ ਦਾ ਜੀਵਨ ਮਾਰਗ ਸੀ। ਮੋਦੀ ਨੇ ਇਹ ਵੀ ਦਾਅਵਾ ਕੀਤਾ ਕਿ ਮੈਂ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੋਇਆ। ਉਧਰ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਪਰਿਵਾਰਵਾਦ ਦਾ ਮੁੱਦਾ ਚੁੱਕਿਆ ਉਸ ਨੂੰ ਲੈ ਕੇ ਵੀ ਜਵਾਬ ਦਿੱਤਾ ਹੈ। ਕਾਂਗਰਸ ਲੀਡਰ ਪਵਨ ਖੇੜਾ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਪਹਿਲਾਂ ਤਾਂ ਥੱਕਿਆ ਹੋਇਆ ਭਾਸ਼ਣ ਦੱਸਿਆ ਤੇ ਫਿਰ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਪਰਿਵਾਰਵਾਦ ਹੀ ਹੈ। ਇੱਕ ਆਦਮੀ ਜਿਸਨੇ ਲਾਰਡਸ ਦੇ ਵਿੱਚ ਸੈਂਚਰੀ ਲਾਈ ਹੋਵੇ, ਮੈਂ ਤਾਂ ਨਹੀਂ ਦੇਖਿਆ ਕਿ ਉਹ ਕ੍ਰਿਕਟ ਦੇ ਵਿੱਚ ਇੱਕ ਵੱਡੇ ਅਹੁਦੇ ਤੇ ਪਹੁੰਚ ਗਏ ਹੋਣ। ਇੱਕ ਹੋਰ ਮੰਤਰੀ ਨੇ ਜਿਸ ਦੇ ਪੁੱਤਰ ਨੇ ਫੋਰਨ ਸਰਵਿਸ ਤਾਂ ਪਾਸ ਨਹੀਂ ਕੀਤੀ ਪਰ ਇੱਕ ਬਹੁਤ ਵੱਡੇ ਥਿੰਕ ਟੈਂਕ ਦੇ ਵੱਡੇ ਅਹੁਦੇ ਤੇ ਉਹ ਬੈਠੇ ਨੇ। ਕਹਿੰਦੇ ਹੁਣ ਉਹ ਹਮਲਾ ਆਪਣੇ ਹੀ ਮੰਤਰੀਆਂ ਤੇ ਕਰ ਰਹੇ ਨੇ, ਯਾਨੀ ਕਿ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਪ੍ਰਧਾਨ ਮੰਤਰੀ परिवारवाद का इल्जाम लाके अपने ही मंत्रियों पे हमला कर रहे हैं। पिछले 8 साल से अपने ही शब्दों के शिकार होते चले जा रहे हैं और बहुत थके हुए सुनाई देते हैं। अब उनकी बातें थकी हुई सुनाई देती हैं, उनके शब्द थके हुए, कोई भाव नहीं है, कोई दिल में जज्बा नहीं है, कोई जुनून नहीं है, क्योंकि जो उन्होंने वादे किए थे अब मुझे लगता है वो उन्हें खुद को सताते होंगे। कहाँ गई किसानों की दुगनी आय? कहाँ गया वो वादा सबको घर दिलवाने का? कहाँ गया सारा काला धन वापस लाने का वादा? उल्टा जो था धन हिंदुस्तान से वो बाहर चला जा रहा है। सो कांग्रेस ने दो गल्लां नूं लैके प्रधान मंत्री नूं तुरत जवाब दिते ने। उधर दूसरे पासे जदों मीडिया ने प्रधान मंत्री मोदी दे भाषण दा हवाला दिंदे होए राहुल गांधी तो परिवारवाद ते सवाल कीता तां उन्हां ने टिप्पणी करन तो इनकार कर दिता। राहुल गांधी ने कहा कि मैं इस ते कोई कमेंट नहीं करूंगा पर सारियां नूं उन्हां ने बहुत बहुत बधाई दित्ती। मैं कमेंट नहीं करूंगा इनकी मगर सबको मोबाइल नीचे मैं कमेंट नहीं करूंगा इनकी मगर सबको मोबाइल नीचे मैं कमेंट नहीं करूंगा ਹੁਣ ਪੰਜਾਬ ਦੀਆਂ ਤਸਵੀਰਾਂ ਦੇਖਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਦੇ 75ਵੇਂ ਵੰਡ ਦਿਹਾੜੇ ਦੇ ਮੌਕੇ ਲੁਧਿਆਣੇ ਦੇ ਵਿੱਚ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਰੂਣ ਹੱਤਿਆ, ਅਸਲ ਆਜ਼ਾਦੀ ਸਣੇ ਕਈ ਮੁੱਦਿਆਂ ਦੀ ਗੱਲ ਕੀਤੀ। ਮਾਨ ਨੇ ਕਿਹਾ ਕਿ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਨੇ ਵੀ ਆਜ਼ਾਦੀ ਦਾ ਦਿਨ ਨਹੀਂ ਦੇਖਿਆ, ਪਰ ਜੇ ਮੈਂ ਕਹਾਂ ਕਿ ਅਸੀਂ ਅੱਜ ਪੂਰੀ ਤਰ੍ਹਾਂ ਆਜ਼ਾਦ ਹੋ ਗਏ ਹਾਂ ਤਾਂ ਮੈਂ ਗਲਤ ਹੋਵਾਂਗਾ। ਕਹਿੰਦੇ ਹਾਲੇ ਉਹ ਆਜ਼ਾਦੀ ਸਾਡੇ ਘਰਾਂ ਦੇ ਵਿੱਚ ਨਹੀਂ ਪਹੁੰਚੀ ਜੋ ਭਗਤ ਸਿੰਘ ਨੇ ਸੁਪਨਿਆਂ ਦੇ ਵਿੱਚ ਸੋਚੀ ਸੀ। ਜੇ ਉਹ ਆਜ਼ਾਦੀ ਮਿਲ ਜਾਂਦੀ ਤਾਂ ਅੱਜ ਥਾਣਿਆਂ ਦੇ ਵਿੱਚ ਪੈਸੇ ਦੇ ਕੰਮ ਨਾ ਕਰਵਾਉਣੇ ਪੈਂਦੇ। ਮਾਨ ਨੇ ਸ਼ਹੀਦ ਭਗਤ ਸਿੰਘ ਬਾਰੇ ਸ਼ੇਅਰ ਬੋਲਦਿਆਂ ਕਿਹਾ, इश्क करना सबका पैदाइशी हक है, क्यों ना इस बार वतन की सरजमी को महबूब बना लिया जाए। ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਮੁੱਖ ਸਕੱਤਰ ਵੀਕੇ ਜੰਜੂਆ ਵੀ ਸ਼ਾਮਿਲ ਸਨ। ਉਹਨਾਂ ਨੇ ਤਿਰੰਗੇ ਦੀ ਗੱਲ ਕਰਦਿਆਂ ਯਾਨੀ ਕਿ ਮੁੱਖ ਮੰਤਰੀ ਨੇ ਤਿਰੰਗੇ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬੀਆਂ ਤੋਂ ਵੱਧ ਕੇ ਇਸ ਤਿਰੰਗੇ ਦੇ ਕੋਈ ਨੇੜੇ ਨਹੀਂ ਹੈ, ਕਿਉਂਕਿ ਸਰਹੱਦਾਂ ਤੇ ਜਾਨਾਂ ਕੁਰਬਾਨ ਕਰਨ ਵਾਲੇ ਪੰਜਾਬ ਦੇ ਪੁੱਤ ਇਸੇ ਤਿਰੰਗੇ ਦੇ ਵਿੱਚ ਹੀ ਲਿਪਟ ਕੇ ਘਰਾਂ ਨੂੰ ਆਉਂਦੇ ਨੇ ਤਾਂ ਜੋ ਤਿਰੰਗੇ ਦੀ ਸ਼ਾਨ ਉੱਚੀ ਰਹੇ। ਅਸੀਂ ਤਾਂ ਤਿਰੰਗੇ 'ਚ ਲਿਪਟ ਕੇ ਆਉਨੇ ਆ ਇਸ ਤਿਰੰਗੇ ਨੂੰ ਉੱਚਾ ਰੱਖਣ ਵਾਸਤੇ। ਉਹਨਾਂ ਸ਼ਹੀਦਾਂ ਨੂੰ ਅੱਜ ਨਮਨ ਕਰਨ ਦੀ ਲੋੜ ਹੈ। ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਚੰਦਰ ਸ਼ੇਖਰ ਆਜ਼ਾਦ, ਅਸ਼ਫਾਕ ਉੱਲਾ, ਕਿੰਨੇ ਕੁ ਨਾਮ ਲਈਏ ਆਜ਼ਾਦੀ ਦੇ ਘੁਲਾਟੀਆਂ ਦੇ। और ਬਹੁਤਿਆਂ ਨੇ ਆਜ਼ਾਦੀ ਦਾ ਦਿਨ ਦੇਖਿਆ ਨਹੀਂ। ਧੀਆਂ ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਾਲੇ ਵੀ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ। ਮਾਂ ਨੇ ਮਾਂ ਦੇ ਪੇਟ ਵਿੱਚ ਪਲ ਰਹੀ ਧੀ ਦੇ ਨਾਲ ਸੰਵਾਦ ਤੇ ਕੁਝ ਕਾਵ ਸਤਰਾਂ ਬੋਲ ਕੇ ਇਸ ਦਰਦ ਨੂੰ ਬਿਆਨ ਵੀ ਕੀਤਾ। ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ, ਸੁਖਦੇਵ, ਰਾਜਗੁਰੂ, ਭਗਤ ਸਿੰਘ ਮਾਵਾਂ ਹੀ ਨੇ ਜੰਮਦੀਆਂ। ਕੀ ਪਤਾ ਮੈਂ ਵੀ ਜੰਮ ਦੇਵਾਂ, ਕੋਈ ਅਗੰਮੜਾ ਮਰਦ ਨੀ ਮਾਏ, ਕੁੱਖ ਦੇ ਵਿੱਚ ਕਤਲ ਨਾ ਕਰਾਈ, ਇਹੀ ਮੇਰੀ ਅਰਜ਼ ਨੀ ਮਾਏ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਸ ਗੱਲ ਦੀ ਲੋੜ ਹੈ ਕਿ ਜੇ ਧੀਆਂ ਨੂੰ ਅਸੀਂ ਜੰਮਿਆ ਹੈ ਤਾਂ ਉਹਨਾਂ ਨੂੰ ਉੱਡਣ ਦਾ ਮੌਕਾ ਵੀ ਦਈਏ, ਪੜਨ ਦਾ ਮੌਕਾ ਦਈਏ, ਤਰੱਕੀਆਂ ਕਰਨ ਦਾ ਮੌਕਾ ਦਈਏ, ਕਿਉਂਕਿ ਧੀਆਂ ਨੂੰ ਜਦੋਂ ਮੌਕਾ ਮਿਲਦਾ ਤਾਂ ਹਰ ਥਾਂ ਤੇ ਪਹਿਲੇ ਨੰਬਰ ਲੈ ਕੇ ਜਾਂਦੀਆਂ ਨੇ। ਮੁੱਖ ਮੰਤਰੀ ਨੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਯਾਦ ਕਰਦਿਆਂ ਕਿਹਾ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਹੀ ਸਭ ਤੋਂ ਪਹਿਲਾਂ ਬਾਬਰ ਨੂੰ ਜਾਬਰ ਕਹਿ ਕੇ ਜ਼ੁਲਮ ਦੇ ਖਿਲਾਫ ਬੋਲਣ ਦਾ ਸੱਦਾ ਦਿੱਤਾ ਸੀ। ਸਾਰੇ ਗੁਰੂ ਸਾਹਿਬਾਨਾਂ ਨੇ ਸਾਨੂੰ ਜ਼ੁਲਮ ਦੇ ਖਿਲਾਫ, ਗੁਲਾਮੀ ਦੇ ਖਿਲਾਫ ਲੜਨਾ ਸਿਖਾਇਆ। ਸ਼ਹੀਦ ਭਗਤ ਸਿੰਘ ਵੀ ਲੜੇ ਪਰ ਉਹਨਾਂ ਦੇ ਸੁਪਨਿਆਂ ਵਾਲੀ ਆਜ਼ਾਦੀ ਹਾਲੇ ਤੱਕ ਸਾਡੇ ਕੋਲ ਨਹੀਂ ਪਹੁੰਚੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਅਸਲ ਆਜ਼ਾਦੀ ਉਦੋਂ ਹੀ ਮਿਲੂਗੀ ਜਦੋਂ
ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਰਹੇ ਬੱਚੇ ਵੱਡੀਆਂ ਪੋਸਟਾਂ ਤੇ ਬੈਠਣਗੇ, ਰਿਸ਼ਵਤਖੋਰੀ ਖਤਮ ਹੋਊਗੀ, ਸਾਡੇ ਪੰਜਾਬ ਦੇ ਖਿਡਾਰੀ ਵੱਡੀਆਂ ਮੱਲਾਂ ਮਾਰਨਗੇ, ਖੇਡਾਂ ਦੇ ਵਿੱਚ ਵੱਡੇ ਮੈਡਲ ਲੈ ਕੇ ਆਉਣਗੇ, ਹਰ ਬੱਚੇ ਨੂੰ ਇੱਥੇ ਬੜਾ ਹੀ ਵਧੀਆ ਮੌਕਾ ਮਿਲੇਗਾ, ਉਦੋਂ ਹੀ ਅਸਲ ਆਜ਼ਾਦੀ ਮਿਲੇਗੀ। ਰਾਜਗੁਰੂ ਸੁਖਦੇਵ ਭਗਤ ਸਿੰਘ ਮਾਮਾ ਹੀ ਨੇ ਜੰਮਦੀਆਂ, ਕੀ ਪਤਾ ਮੈਂ ਜੰਮ ਦੇਵਾਂ, ਕੋਈ ਅਗੰਮੜਾ ਮਰਦ ਨਹੀਂ ਮਾਏ, ਕੁੱਖ ਦੇ ਵਿੱਚ ਨਾ ਕਤਲ ਕਰਾਈ, ਇਹੀ ਮੇਰੀ ਅਰਜ਼ ਨਹੀਂ ਮਾਏ। ਅੱਜ ਲੋੜ ਇਸ ਗੱਲ ਦੀ ਹੈ ਕਿ ਧੀਆਂ ਨੂੰ ਜੰਮੀਏ ਤੇ ਜੰਮ ਕੇ ਉਹਨਾਂ ਨੂੰ ਉੱਡਣ ਦਾ ਵੀ ਮੌਕਾ ਦੇਈਏ, ਪੜਨ ਦਾ ਮੌਕਾ ਦੇਈਏ, ਉਹਨਾਂ ਨੂੰ ਤਰੱਕੀਆਂ ਕਰਨ ਦਾ ਮੌਕਾ ਦੇਈਏ। ਤੁਸੀਂ ਰਿਜ਼ਲਟ ਦੇਖ ਲਓ, ਪਿਛਲੇ 20 ਸਾਲ ਦੇ ਦੇਖ ਲਓ, 8ਵੀਂ ਦੇ, 10ਵੀਂ ਦੇ, 12ਵੀਂ ਦੇ, BA ਦੇ, MA ਦੇ। ਤੇ 15 ਅਗਸਤ ਵਾਲੇ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਇੱਕ ਹੋਰ ਵਾਅਦਾ ਪੁਗਾਉਂਦੇ ਹੋਏ ਤੇ ਦਿੱਲੀ ਮਾਡਲ ਲਾਗੂ ਕਰਦਿਆਂ 75 ਮੁਹੱਲਾ ਕਲੀਨਿਕਾਂ ਦੇ ਦਰਵਾਜ਼ੇ ਮਰੀਜ਼ਾਂ ਦੇ ਲਈ ਖੋਲ ਦਿੱਤੇ। ਮੁੱਖ ਮੰਤਰੀ ਮਾਨ ਨੇ ਲੁਧਿਆਣਾ ਦੇ ਵਿੱਚ ਮੁਹੱਲਾ ਕਲੀਨਿਕ ਦਾ ਫੀਤਾ ਕੱਟ ਕੇ ਉਦਘਾਟਨ ਕੀਤਾ। ਅਗਲੇ ਦਿਨਾਂ ਦੌਰਾਨ ਹੋਰ 10 ਤੋਂ 15 ਮੁਹੱਲਾ ਕਲੀਨਿਕ ਖੋਲਣ ਦਾ ਵੀ ਐਲਾਨ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਲੀਨਿਕ ਦੇ ਵਿੱਚ ਆਪਣਾ BP ਵੀ ਚੈੱਕ ਕਰਵਾਇਆ। ਇਸ ਤੋਂ ਇਲਾਵਾ ਉਹਨਾਂ ਨੇ ਮੁਹੱਲਾ ਕਲੀਨਿਕਾਂ ਵਿੱਚ ਹੋਣ ਵਾਲੇ ਟੈਸਟਾਂ ਤੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਬਾਰੇ ਵੀ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਮੌਕੇ 75 ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਸਮਰਪਿਤ ਹੋ ਰਹੇ ਨੇ। ਚੋਣਾਂ ਦੌਰਾਨ ਕਹਿੰਦੇ ਸੀ ਪੰਜਾਬੀਆਂ ਨੂੰ ਗਰੰਟੀ ਦਿੱਤੀ ਸੀ ਕਿ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਤੇ ਇਹ ਗਰੰਟੀ ਹੁਣ ਪੂਰੀ ਹੋਣ ਜਾ ਰਹੀ ਹੈ। ਵਿਰੋਧੀਆਂ ਤੇ ਤੰਜ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਰਾਹਾਂ ਤੋਂ ਲੋਕ ਲੰਘਣ ਤੋਂ ਡਰਦੇ ਸੀ ਉਹ ਰਾਹ ਹੁਣ ਹਸਪਤਾਲਾਂ ਨੂੰ ਜਾਂਦੇ ਨੇ। ਇੱਥੇ ਮਰੀਜ਼ਾਂ ਨੂੰ ਮੁਫਤ ਇਲਾਜ ਮਿਲੂਗਾ। ਕੁਝ ਲੀਡਰਾਂ ਨੇ ਪਿੱਛੇ ਜੇ ਇਤਰਾਜ਼ ਉਠਾਇਆ, ਕਹਿੰਦੇ ਅਸੀਂ ਬਣਾਏ ਸੀ ਸੇਵਾ ਕੇਂਦਰ, ਉਹਨਾਂ 'ਚ ਕਿਉਂ ਬਣਾਉਂਦੇ ਆ ਇਹ ਮੁਹੱਲਾ ਕਲੀਨਿਕ? ਸੇਵਾ ਕਲੀਨਿਕਾਂ 'ਚ ਜਿਹੜੇ ਸੇਵਾ ਕੇਂਦਰ ਸੀ ਉਹਨਾਂ 'ਚ ਉਹਨਾਂ ਦੇ ਬਾਪ ਦਾ ਪੈਸਾ ਲੱਗਿਆ ਸੀ, ਉਹ ਵੀ ਟੈਕਸ ਤੇ ਲੱਗਿਆ ਸੀ। ਜੇ ਬੇਕਾਰ ਪਈਆਂ ਬਿਲਡਿੰਗਾਂ ਨੂੰ ਅਸੀਂ ਇੰਨੀਆਂ ਸ਼ਾਨਦਾਰ ਬਣਾ ਸਕਦੇ ਹਾਂ ਤਾਂ ਲੋਕ ਕਹਿਣਗੇ ਯਾਰ ਤਾਂ ਕਮਾਲ ਹੈ, ਇੱਥੇ ਤਾਂ ਪਹਿਲਾਂ ਗਊਆਂ ਜਾਂ ਅਵਾਰਾ ਪਸ਼ੂ ਇੱਥੇ ਫਿਰਦੇ ਸੀ, ਜਾਂ ਕੋਈ ਨਸ਼ੇ ਵਾਲੇ ਇੱਥੇ ਆਉਂਦੇ ਸੀ, ਕਿਤੇ ਪਿੰਡਾਂ 'ਚ ਪਾਥੀਆਂ ਪੱਥੀਆਂ ਪਈਆਂ, ਤਾਂ ਲੋਕ ਕਹਿਣਗੇ ਯਾਰ ਆਹ ਤਾਂ ਕਮਾਲ ਹੋ ਗਈ ਯਾਰ, ਕਿ ਇੱਕ ਜਮੀ ਜਿੱਥੋਂ ਸਾਨੂੰ ਡਰ ਲੱਗਦਾ ਸੀ ਲੰਘਣ ਤੋਂ ਉੱਥੇ ਹੁਣ ਅੱਜ ਇਲਾਜ ਹੋ ਰਹੇ ਨੇ। ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਖੋਲਣ ਤੇ ਸੀਐਮ ਕੇਜਰੀਵਾਲ ਨੇ ਵੀ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ ਕਿ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕ੍ਰਾਂਤੀ ਦੀ ਸ਼ੁਰੂਆਤ ਹੋ ਗਈ ਹੈ। ਪੰਜਾਬ ਦੇ ਹਰ ਕੋਨੇ ਦੇ ਵਿੱਚ ਮੁਹੱਲਾ ਕਲੀਨਿਕ ਖੋਲਣਗੇ। ਪੰਜਾਬ ਦੇ ਵਿੱਚ ਸ਼ੁਰੂ ਹੋਏ 75 ਮੁਹੱਲਾ ਕਲੀਨਿਕਾਂ ਦੇ ਵਿੱਚ ਡਾਕਟਰਾਂ ਨੇ ਇਲਾਜ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਮਰੀਜ਼ਾਂ ਦਾ ਚੈੱਕਅਪ ਸ਼ੁਰੂ ਹੋ ਗਿਆ ਹੈ। ਮੋਹਾਲੀ ਦੇ ਵਿੱਚ ਫੇਸ 5 ਦੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ। ਮੋਗਾ ਦੇ ਪਿੰਡ ਲੰਡੇਕੇ ਦੇ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ। ਇਸ ਮੌਕੇ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਵੀ ਨਾਲ ਸਨ। ਮਾਨਸਾ ਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ 2 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਹੋਰ ਵੱਖ-ਵੱਖ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਤੇ ਲੀਡਰਾਂ ਨੇ ਉਦਘਾਟਨ ਕੀਤੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਸਿੱਖਿਆ ਤੇ ਸਿਹਤ ਨੂੰ ਪਹਿਲ ਦੇਵਾਂਗੇ, ਤਾਂ ਅੱਜ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਤੇ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ। ਅੱਜ ਅਸੀਂ 75 ਮੁਹੱਲਾ ਕਲੀਨਿਕ ਪੰਜਾਬ ਵਿੱਚ ਖੋਲ੍ਹਣ ਜਾ ਰਹੇ ਹਾਂ ਤੇ ਮਾਨਸਾ ਦੇ ਵਿੱਚ ਵੀ ਅਸੀਂ ਅੱਜ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਾਂਗੇ। ਆਮ ਆਦਮੀ ਪਾਰਟੀ ਦੇ ਵੱਲੋਂ ਖੋਲੇ ਗਏ ਮੁਹੱਲਾ ਕਲੀਨਿਕਾਂ ਤੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ। ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਤੰਜ ਕੱਸ ਰਹੀਆਂ ਨੇ ਕਿਉਂਕਿ ਇਹਨਾਂ ਮੁਹੱਲਾ ਕਲੀਨਿਕਾਂ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੁੱਖ ਮੰਤਰੀ ਮਾਨ ਦੀਆਂ ਤਸਵੀਰਾਂ ਚਮਕ ਰਹੀਆਂ ਨੇ। ਅਕਾਲੀ ਦਲ ਸਮੇਤ ਕਾਂਗਰਸ ਅਤੇ ਬੀਜੇਪੀ ਨੇ ਵੀ ਨਿਸ਼ਾਨੇ ਸਾਧੇ ਨੇ। ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੁਣ ਸਿਰਫ ਸੀਐਮ ਦੇ ਹੀ ਦਰਸ਼ਨ ਹੋਣਗੇ। ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਕਿਹਾ ਕਿ ਮੁਹੱਲਾ ਕਲੀਨਿਕਾਂ ਦੇ ਉੱਤੇ ਸਿਰਫ ਸੀਐਮ ਦੀ ਤਸਵੀਰ ਵਿਰੋਧ ਕਰਨ ਵਾਲੇ ਖੁਦ VIP ਕਲਚਰ ਨੂੰ ਪ੍ਰਮੋਟ ਕਰ ਰਹੇ ਨੇ। ਉਹਨਾਂ ਕਿਹਾ ਕਿ ਪਹਿਲਾਂ ਭਗਵੰਤ ਮਾਨ ਖੁਦ ਜਿਹੜੇ ਪਹਿਲਾਂ ਵਾਲੇ ਮੁੱਖ ਮੰਤਰੀ ਸੀ ਉਹਨਾਂ ਦੀਆਂ ਤਸਵੀਰਾਂ ਦਾ ਵਿਰੋਧ ਕਰਦੇ ਹੁੰਦੇ ਸੀ ਤੇ ਹੁਣ ਉਹੀ ਕੁਝ ਆਪ ਕਰ ਰਹੇ ਨੇ। ਉਧਰ ਫਾਜ਼ਿਲਕਾ ਦੇ ਵਿੱਚ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਸਾਦਕੀ ਬਾਰਡਰ ਤੇ ਦੇਸ਼ ਦੀ ਸਰਹੱਦ ਦੀ ਰੱਖਿਆ ਕਰ ਰਹੇ BSF ਦੇ ਭਾਰਤੀ ਜਵਾਨਾਂ ਨੇ ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਮਨਾਈਆਂ ਤੇ ਪਾਕਿਸਤਾਨੀ ਰੇਂਜਰ ਵੀ ਇਹਨਾਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਏ। ਆਪਸ ਦੇ ਵਿੱਚ ਮਿਠਾਈਆਂ ਦਾ ਆਦਾਨ ਪ੍ਰਦਾਨ ਕਰਕੇ ਉਹਨਾਂ ਨੇ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। 15 ਅਗਸਤ ਨੂੰ ਸ਼ਹੀਦ ਮਾਸਟਰ ਕਰਨੈਲ ਸਿੰਘ
ਈਸੜੂ ਜੀ ਦੀ ਬਰਸੀ ਦਾ ਸਮਾਗਮ ਵੀ ਕਰਵਾਇਆ ਗਿਆ। ਪਿੰਡ ਈਸੜੂ ਦੇ ਵਿੱਚ ਕਰਵਾਏ ਗਏ ਸੂਬਾ ਪੱਧਰੀ ਸਾਦੇ ਸਮਾਗਮ ਦੇ ਮੌਕੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਈ ਈਸੜੂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਰਾਹ ਤੇ ਚੱਲਣ ਦੀ ਲੋੜ ਹੈ, ਕਿਉਂਕਿ ਉਹਨਾਂ ਨੇ ਸਾਨੂੰ ਸਹੀ ਰਾਹ ਤੇ ਤੋਰਿਆ ਸੀ। ਉਹਨਾਂ ਦਾਅਵਾ ਕੀਤਾ ਕਿ ਅਸੀਂ ਸਿੱਧੇ ਰਾਹ ਤੇ ਹੁਣ ਚੱਲ ਪਏ ਹਾਂ, ਸਿਸਟਮ ਨੂੰ ਠੀਕ ਕਰਨ ਦੇ ਵੱਲ ਚੱਲ ਪਏ ਹਾਂ, ਪਹਿਲਾਂ ਅਸੀਂ ਪੁੱਠੇ ਪਾਸੇ ਵੱਲ ਤੁਰੇ ਹੋਏ ਸੀ। ਮੁੱਖ ਮੰਤਰੀ ਨੇ ਔਰਤਾਂ ਨੂੰ ਦਿੱਤੀ ਜਾਣ ਵਾਲੀ 1000 ਰੁਪਏ ਦੀ ਮੁਫਤ ਸਕੀਮ, ਜ਼ਮੀਨਾਂ ਛੁਡਵਾਉਣ ਵਾਲੀ ਮੁਹਿੰਮ ਸਮੇਤ ਆਪਣੀ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਦਾ ਇਸ ਮੌਕੇ ਗੁਣਗਾਨ ਵੀ ਕੀਤਾ। ਪੰਜਾਬ ਦੇ ਪਾਣੀਆਂ ਦੇ ਮੁੱਦੇ ਦੀ ਗੱਲ ਵੀ ਕੀਤੀ। ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਕਿਹਾ ਉਹਨਾਂ ਨੇ ਕਿ ਝੋਨਾ ਸਾਡੀ ਖੁਰਾਕ ਨਹੀਂ ਹੈ, ਪਰ ਅਸੀਂ ਫਿਰ ਵੀ ਇਸ ਝੋਨੇ ਦੀ ਖਾਤਰ ਕਿੰਨਾ ਸਾਰਾ ਪਾਣੀ ਵਰਤ ਰਹੇ ਹਾਂ। ਇੱਕ ਹਿਸਾਬ ਨਾਲ ਅਸੀਂ ਮੁਲਕਾਂ ਨੂੰ ਝੋਨਾ ਨਹੀਂ ਪਾਣੀ ਇੰਪੋਰਟ ਕਰ ਰਹੇ ਹਾਂ। ਝੋਨਾ ਸਾਡੀ ਖੁਰਾਕ ਨਹੀਂ, ਚਾਵਲ ਤਾਂ ਸਾਡੀ ਖੁਰਾਕ ਨਹੀਂ। ਅਸੀਂ ਅਸਲ ਦੇ ਵਿੱਚ 1 ਕਿਲੋ ਝੋਨਾ ਪੈਦਾ ਕਰਨ ਵਾਸਤੇ ਹਰਜਿੰਦਰ ਲਾਲ ਜੀ ਲਗਭਗ 4000 ਲੀਟਰ ਪਾਣੀ ਵਰਤ ਰਹੇ ਹਾਂ। ਕਿੰਨੇ ਸਾਲਾਂ ਤੋਂ? 30-40 ਸਾਲਾਂ ਤੋਂ। ਅਸੀਂ ਇਹਦਾ ਮਤਲਬ ਮੁਲਕ ਨੂੰ ਚੌਲ ਨਹੀਂ ਐਕਸਪੋਰਟ ਕਰ ਰਹੇ, ਪਾਣੀ ਐਕਸਪੋਰਟ ਕਰ ਰਹੇ ਹਾਂ। ਜੇ ਕਿਸੇ ਪਾਣੀ ਦੀਆਂ ਕੰਪਨੀਆਂ ਨਾਲ ਗੱਲ ਕੀਤੀ ਹੁੰਦੀ, ਲੱਖਾਂ ਕਰੋੜਾਂ ਰੁਪਏ ਸਾਡੇ ਕੋਲੇ ਹੁੰਦਾ। ਕਿਉਂਕਿ ਸਾਡਾ ਤਾਂ ਉਹ ਜਿਹੜਾ ਮੋਟਰ ਚਲਾਓ ਸਿੱਧੇ ਹੀ ਭਰ ਲਓ, ਜਿਹਨੂੰ ਆਪਾਂ ਓਕ ਨਾਲ ਪੀਂਦੇ ਸੀ, ਅੰਮ੍ਰਿਤ ਸੀ। 15 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਵਿੱਚ ਸੁਤੰਤਰਤਾ ਦਿਵਸ ਮੌਕੇ ਕਰਵਾਏ ਗਏ ਸੂਬਾ ਪੱਧਰੀ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਦੇ ਵਿੱਚ ਲਾਮਿਸਾਲ ਯੋਗਦਾਨ ਪਾਉਣ ਵਾਲੀਆਂ 7 ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ। ਇਹ ਸਨਮਾਨ ਸਮਾਜ ਸੇਵਾ, ਥੀਏਟਰ, ਖੇਡਾਂ, ਵਪਾਰ ਤੇ ਸਰਕਾਰੀ ਸੇਵਾ ਦੇ ਖੇਤਰ ਨਾਲ ਸੰਬੰਧਿਤ ਲੋਕਾਂ ਨੂੰ, ਸ਼ਖਸੀਅਤਾਂ ਨੂੰ ਦਿੱਤੇ ਗਏ। ਉਹਨਾਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਆਪਣੇ ਟੀਚਿਆਂ ਦੀ ਪੂਰਤੀ ਲਈ ਲਾਮਿਸਾਲ ਕੋਸ਼ਿਸ਼ਾਂ ਦੇ ਨਾਲ ਆਪੋ ਆਪਣੇ ਖੇਤਰਾਂ ਦੇ ਵਿੱਚ ਮੋਹਰੀ ਭੂਮਿਕਾ ਨਿਭਾਈ। ਸਟੇਟ ਅਵਾਰਡ ਇਸ ਵਾਰੀ ਸਿੱਖਿਆ ਸ਼ਾਸਤਰੀ ਉੱਘੇ ਪੱਤਰਕਾਰ ਤੇ ਪਦਮ ਸ਼੍ਰੀ ਜਗਜੀਤ ਸਿੰਘ ਦਰਦੀ ਨੂੰ ਵੀ ਦਿੱਤਾ ਗਿਆ ਹੈ। ਸੰਗੀਤਕਾਰ ਤੇ ਗਾਇਕ ਹਰਗੁਣ ਕੌਰ ਅੰਮ੍ਰਿਤਸਰ, ਇਹਨਾਂ ਨੂੰ ਵੀ ਸਟੇਟ ਅਵਾਰਡ ਮਿਲਿਆ ਹੈ। ਇਸ ਦੇ ਨਾਲ ਹੀ ਟਰੈਕਟਰ ਮੈਨੂਫੈਕਚਰਰ ਤੇ ਕਾਰੋਬਾਰੀ ਅਮਰਜੀਤ ਸਿੰਘ ਪਟਿਆਲਾ ਨੂੰ ਦਿੱਤਾ ਗਿਆ ਹੈ। ਸ਼ਾਟਪੁੱਟ ਖਿਡਾਰਨ ਜੈਸਮਿਨ ਕੌਰ ਤੇ ਸੀਨੀਅਰ ਕੰਸਲਟੈਂਟ ਈ ਗਵਰਨੈਂਸ ਮਿਸ਼ਨ ਟੀਮ ਜਸਮਿੰਦਰ ਸਿੰਘ ਨੂੰ ਮੋਹਾਲੀ ਤੋਂ ਇਹ ਸਨਮਾਨ ਦਿੱਤਾ ਗਿਆ ਹੈ। ਲੁਧਿਆਣਾ ਦੇ ਵਿੱਚ ਜਿੱਥੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ, ਜਿੱਥੇ ਮੁੱਖ ਮੰਤਰੀ ਮਾਨ ਪਹੁੰਚੇ ਹੋਏ ਸੀ, ਉੱਥੋਂ ਇੱਕ ਹੈਰਾਨੀਜਨਕ ਤਸਵੀਰ ਵੀ ਸਾਹਮਣੇ ਆਈ ਹੈ। ਉੱਥੇ ਪੰਜਾਬ ਪੁਲਿਸ ਨੇ ਆਜ਼ਾਦੀ ਦਿਹਾੜੇ ਵਿੱਚ ਸ਼ਾਮਿਲ ਹੋਣ ਵਾਲੇ ਬੱਚਿਆਂ ਨੂੰ ਮਾਸਕ ਲਾਉਣ ਦੇ ਲਈ ਮਜਬੂਰ ਕਰ ਦਿੱਤਾ। ਆਖਿਰਕਾਰ ਮੁੱਖ ਮੰਤਰੀ ਮਾਨ ਨੂੰ ਕਾਲੇ ਰੰਗ ਤੋਂ ਖਤਰਾ ਕਿਉਂ ਹੈ? ਇਹ ਸਵਾਲ ਸਭ ਦੇ ਮਨ ਦੇ ਵਿੱਚ ਜ਼ਰੂਰ ਉੱਠ ਰਿਹਾ ਹੋਣਾ। ਦਰਅਸਲ ਜਿਨ੍ਹਾਂ ਨੇ ਕਾਲੇ ਮਾਸਕ, ਸਿਰਫ ਕਾਲੇ ਰੰਗ ਦੇ ਮਾਸਕ ਪਾਏ ਹੋਏ ਸੀ, ਉਹਨਾਂ ਨੂੰ ਉਤਰਵਾ ਕੇ ਹੀ ਪੁਲਿਸ ਦੇ ਵੱਲੋਂ ਅੰਦਰ ਐਂਟਰ ਕਰਨ ਦਿੱਤਾ ਗਿਆ। ਪੰਜਾਬ ਪੁਲਿਸ ਨੇ ਕਹਿੰਦੇ ਪਹਿਲਾਂ ਹੀ ਇਹ ਨਿਯਮ ਬਣਾ ਦਿੱਤਾ ਸੀ ਕਿ ਜਿੱਥੇ ਮੁੱਖ ਮੰਤਰੀ ਦਾ ਸਮਾਗਮ ਹੋਏਗਾ ਉੱਥੇ ਕੋਈ ਵੀ ਕਾਲੇ ਰੰਗ ਦਾ ਜਿਹੜਾ ਕੱਪੜਾ ਹੈ ਉਹ ਲੈ ਕੇ ਨਹੀਂ ਪਹੁੰਚ ਸਕੇਗਾ, ਕਿਉਂਕਿ ਕਾਲੇ ਰੰਗ ਨੂੰ ਰੋਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੋ ਵਿਦਿਆਰਥੀ ਜਿਹੜੇ ਕਿ ਸਕੂਲਾਂ ਤੋਂ ਸ਼ਾਮਿਲ ਹੋਣ ਲਈ ਆਏ ਸੀ, ਉਹਨਾਂ ਨੇ ਵੱਖ-ਵੱਖ ਰੰਗਾਂ ਦੇ ਮਾਸਕ ਪਾਏ ਹੋਏ ਸੀ। ਕਾਲੇ ਮਾਸਕ ਵਾਲੇ ਬੱਚਿਆਂ ਨੂੰ ਬਾਹਰ ਖੜਾ ਕੇ ਉਹਨਾਂ ਦੇ ਮਾਸਕ ਉਤਰਵਾਏ ਗਏ, ਫਿਰ ਅੰਦਰ ਜਾਣ ਦਿੱਤਾ ਗਿਆ। ਕਈਆਂ ਨੇ ਕਾਲੇ ਰੰਗ ਦੀਆਂ ਟੋਪੀਆਂ ਵੀ ਪਹਿਨੀਆਂ ਸੀ, ਉਹਨਾਂ ਨੂੰ ਵੀ ਟੋਪੀਆਂ ਲਾ ਕੇ ਅੰਦਰ ਜਾਣ ਦਿੱਤਾ ਗਿਆ। ਹਾਲਾਂਕਿ ਪੰਜਾਬ ਸਰਕਾਰ ਨੇ 2 ਦਿਨ ਪਹਿਲਾਂ ਹੀ ਇਹ ਨਵਾਂ ਨਿਯਮ ਲਾਗੂ ਕੀਤਾ ਹੈ ਕਿ ਜਨਤਕ ਥਾਵਾਂ ਤੇ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ, ਪਰ ਖੁਦ ਹੀ ਇਸ ਨਿਯਮ ਦੀ ਉਲੰਘਣਾ ਕਰਦੀ ਪੰਜਾਬ ਪੁਲਿਸ ਦਿਖੀ। ਮਾਨਸਾ ਜ਼ਿਲ੍ਹੇ ਦੀਆਂ ਤਸਵੀਰਾਂ ਵੀ ਦੇਖ ਲੈਣੇ, ਜਿੱਥੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਜ਼ਿਲ੍ਹਾ ਪੱਧਰੀ ਆਜ਼ਾਦੀ ਸਮਾਗਮਾਂ ਦੀ ਪ੍ਰਧਾਨਗੀ ਕੀਤੀ, ਤਿਰੰਗਾ ਲਹਿਰਾਇਆ ਤੇ ਸਮਾਗਮ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਖੇਡ ਮੈਦਾਨ ਦੇ ਵਿੱਚ ਕਰਵਾਏ ਗਏ। ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਆਜ਼ਾਦੀ ਸਾਨੂੰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ ਤੇ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਇਸ ਮੌਕੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦੀ ਹਾਂ। ਜਦੋਂ ਵੀ ਹੈ ਇਹ ਜ਼ਮੀਨ ਅੰਦਰ ਕਹਿੰਦਾ ਰਹੇਗਾ, ਇਹ ਅਸਮਾਨ ਇੱਥੇ ਭਾਰਤ ਮਾਤਾ ਦੇ ਸੱਚੇ ਸਪੂਤ ਪਿਆਰੇ ਕੌਮ ਵਾਸਤੇ ਹੋਏ ਕੁਰਬਾਨ ਇੱਥੇ। ਪਿਆਰੇ ਪੰਜਾਬ ਵਾਸੀਓ, ਅੱਜ ਜੋ 75 ਸਾਲਾਂ ਦੀ ਅਸੀਂ ਆਜ਼ਾਦੀ ਦਾ ਅੰਮ੍ਰਿਤ ਪੀ ਰਹੇ ਹਾਂ, ਜੋ ਵੱਖ-ਵੱਖ ਲਹਿਰਾਂ, ਵੱਖ-ਵੱਖ ਸਾਡੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਖੇਡ ਸਟੇਡੀਅਮ ਦੇ ਵਿੱਚ 75ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਤੇ 16 ਅਗਸਤ ਨੂੰ ਬਹਿਬਲ ਕਲਾਂ ਪਿੰਡ ਦੇ ਵਿੱਚ ਜਿਹੜਾ ਬਰਗਾੜੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ, ਉੱਥੇ ਫੇਰ ਤੋਂ ਇਕੱਠ ਸੱਦਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀकांड ਵਿੱਚ ਇਨਸਾਫ ਨਾ ਮਿਲਣ ਦੇ ਰੋਸ ਵਿੱਚ ਇਹ ਸੱਦਾ ਦਿੱਤਾ ਗਿਆ ਹੈ। ਜਦੋਂ 15 ਦਿਨ ਪਹਿਲਾਂ ਇੱਥੇ ਇਕੱਠ ਬੁਲਾਇਆ ਗਿਆ ਸੀ ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ
ਸੰਧਵਾ ਇੱਥੇ ਪਹੁੰਚੇ ਸੀ। ਉਹਨਾਂ ਨੇ ਹੱਥ ਜੋੜ ਕੇ ਹੋਰ ਸਮਾਂ ਮੰਗਿਆ ਸੀ ਤਾਂ ਫਿਰ ਮੋਰਚੇ ਦੀ ਕਮੇਟੀ ਨੇ ਮੀਟਿੰਗ ਕਰਕੇ 15 ਦਿਨ ਦੀ ਹੋਰ ਮੌਲਤ ਦੇ ਦਿੱਤੀ ਸੀ ਤੇ ਕਿਹਾ ਸੀ ਕਿ ਜੇ 15 ਅਗਸਤ ਤੱਕ ਇਨਸਾਫ ਨਾ ਦਿੱਤਾ ਪੰਜਾਬ ਸਰਕਾਰ ਨੇ ਦੋਵਾਂ ਕੇਸਾਂ ਦੇ ਵਿੱਚ ਤਾਂ 16 ਨੂੰ ਮੁੜ ਤੋਂ ਇਕੱਠ ਸੱਦਿਆ ਜਾਊਗਾ ਤੇ ਇਹ ਇਕੱਠ ਹੈ ਜਿਹੜਾ ਬਹਿਬਲ ਕਲਾਂ ਦੇ ਵਿੱਚ ਹੋਵੇਗਾ। ਅਗਲੀ ਰਣਨੀਤੀ ਉਲੀਕੀ ਜਾਵੇਗੀ ਕਿ ਹੁਣ ਅੱਗੇ ਕੀ ਕਰਨਾ ਹੈ ਤੇ ਲੱਗਦਾ ਹੈ ਰੌਂ ਦੇਖ ਕੇ ਸਿੱਖ ਸੰਗਤਾਂ ਦਾ ਕਿ ਸਰਕਾਰ ਨੂੰ ਹੋਰ ਸਮਾਂ ਸ਼ਾਇਦ ਨਾ ਦਿੱਤਾ ਜਾਵੇ। ਇੱਥੇ ਸਾਰੇ ਜਿਹੜੇ ਬਹਿਬਲ ਕਲਾਂ ਗੋਲੀकांड ਦੇ ਪੀੜਤ ਪਰਿਵਾਰ ਨੇ ਉਹ ਲਗਾਤਾਰ ਲੰਘੇ ਸਾਲ ਦਸੰਬਰ ਤੋਂ ਧਰਨੇ ਉੱਤੇ ਬੈਠੇ ਹੋਏ ਨੇ। ਇਸੇ ਤਰ੍ਹਾਂ 16 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 1947 ਦੇ ਵਿੱਚ ਵੰਡ ਮੌਕੇ ਮਾਰੇ ਗਏ 10 ਲੱਖ ਪੰਜਾਬੀਆਂ ਤੇ ਹੋਰ ਲੋਕਾਂ ਨਿਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਏਗਾ। ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਸੀ ਕਿ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਮਾਰੇ ਗਏ ਸੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਜਾਏਗੀ। ਨਾਲੇ ਉਹਨਾਂ ਨੇ ਸਮੁੱਚੀ ਸੰਗਤ ਨੂੰ ਉਹਨਾਂ ਲੋਕਾਂ ਦੇ ਨਿਮਿਤ ਮੂਲ ਮੰਤਰ ਦੇ ਪਾਠ ਕਰਨ ਦਾ ਜਿਹੜਾ ਸੰਦੇਸ਼ ਹੈ ਉਹ ਵੀ ਭੇਜਿਆ ਸੀ ਤੇ ਪਹਿਲੀ ਵਾਰੀ ਹੋ ਰਿਹਾ ਹੈ 75 ਸਾਲਾਂ ਦੇ ਇਤਿਹਾਸ ਦੇ ਵਿੱਚ ਜਦੋਂ ਦੀ ਵੰਡ ਹੋਈ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਾਰੇ ਗਏ ਉਹਨਾਂ ਲੱਖਾਂ ਲੋਕਾਂ ਨਿਮਿਤ ਅਰਦਾਸ ਕੀਤੀ ਜਾ ਰਹੀ ਹੋਵੇ। 16 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰੀ ਘਰੋਂ ਬਾਹਰ ਨਿਕਲਣਗੇ। ਵੱਡੀ ਗਿਣਤੀ ਵਿੱਚ ਚੰਡੀਗੜ੍ਹ ਤੋਂ ਸਵੇਰੇ 9:30 ਵਜੇ ਆਪਣੇ ਕਾਫਲੇ ਸਮੇਤ ਚੱਲ ਕੇ ਸਵੇਰੇ 11 ਵਜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਪਹੁੰਚਣਗੇ। ਉਸ ਤੋਂ ਬਾਅਦ ਦੁਪਹਿਰ 3 ਵਜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਣਗੇ। ਸ੍ਰੀ ਅੰਮ੍ਰਿਤਸਰ ਸਾਹਿਬ ਗੋਲਡਨ ਗੇਟ ਪਹੁੰਚਣਗੇ। ਉਸ ਤੋਂ ਬਾਅਦ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾਣਗੇ। 9 ਅਗਸਤ ਨੂੰ ਕਪੂਰਥਲਾ ਦੇ ਗੋਇੰਦਵਾਲ ਰੋਡ ਤੇ ਬਣੇ ਇੱਕ ਗੰਦੇ ਨਾਲੇ ਦੇ ਵਿੱਚ ਡਿੱਗੇ 2 ਸਾਲਾਂ ਦੇ ਬੱਚੇ ਦੀ 6 ਦਿਨਾਂ ਬਾਅਦ ਲਾਸ਼ ਬਰਾਮਦ ਹੋਈ ਹੈ। ਘਟਨਾ ਸਥਲ ਤੋਂ ਕਰੀਬ 1 ਕਿਲੋਮੀਟਰ ਦੂਰ ਨਾਲੇ ਦੇ ਰਾਹ ਵਿੱਚੋਂ ਬੱਚੇ ਦੀ ਮ੍ਰਿਤਕ ਦੇਹ ਮਿਲੀ ਹੈ। ਜ਼ਾਹਿਰ ਤੌਰ ਤੇ ਪਰਿਵਾਰ ਦੇ ਲਈ ਦੁੱਖ ਸਹਾਰਨਾ ਬਹੁਤ ਔਖਾ ਹੈ। ਦਰਅਸਲ 9 ਅਗਸਤ ਤੋਂ ਹੀ ਇਸ ਬੱਚੇ ਨੂੰ ਪ੍ਰਸ਼ਾਸਨ, ਫੌਜ ਤੇ ਐਨਡੀਆਰਐਫ ਦੀਆਂ ਟੀਮਾਂ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਭਣ ਵਾਸਤੇ ਲੱਗੀਆਂ ਹੋਈਆਂ ਸਨ ਪਰ ਸਫਲਤਾ ਹੱਥ ਨਹੀਂ ਲੱਗੀ ਸੀ ਤੇ ਹੁਣ ਅਚਾਨਕ ਇਹ ਬੱਚਾ ਪ੍ਰਵਾਸੀ ਪਰਿਵਾਰ ਦੇ ਲੋਕਾਂ ਨੂੰ ਨਾਲੇ ਦੇ ਰਾਹ ਵਿੱਚੋਂ ਮਿਲਿਆ ਹੈ ਤੇ ਹੁਣ ਪੁਲਿਸ ਜਾਂਚ ਕਰੂਗੀ ਕਿ ਆਖਿਰਕਾਰ ਬੱਚਾ ਨਾਲੇ ਦੇ ਵਿੱਚ ਡਿੱਗ ਪਿਆ ਜਾਂ ਖੁਦ ਡਿੱਗਿਆ ਗਿਆ ਕਿਸੇ ਦੇ ਵੱਲੋਂ। ਇਸ ਗੱਲ ਦੀ ਜਾਂਚ ਹੋਣੀ ਹਾਲੇ ਬਾਕੀ ਹੈ। ਗੱਲ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ। ਅਬੋਹਰ ਤੋਂ ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੈਲੰਜ ਕਰਦਿਆਂ ਕਿਹਾ ਕਿ ਜੇ ਵੜਿੰਗ ਵਿੱਚ ਹਿੰਮਤ ਹੈ ਤਾਂ ਮੈਨੂੰ ਪਾਰਟੀ ਦੇ ਵਿੱਚੋਂ ਕੱਢ ਕੇ ਦਿਖਾਉਣ। ਸੰਦੀਪ ਜਾਖੜ ਨੇ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਨੇ। ਉਹਨਾਂ ਨੇ ਪ੍ਰਧਾਨਗੀ ਦੇ ਅਹੁਦੇ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪ੍ਰਧਾਨ ਪਹਿਲਾਂ ਆਪ ਅਨੁਸ਼ਾਸਨ ਦੇ ਵਿੱਚ ਰਹਿਣ ਫਿਰ ਕਿਸੇ ਹੋਰ ਨੂੰ ਨਸੀਹਤ ਦੇਣ। ਦਰਅਸਲ ਸੁਨੀਲ ਜਾਖੜ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਹੀ ਸੰਦੀਪ ਜਾਖੜ ਦੇ ਸੁਰ ਵੀ ਬਾਗੀ ਹੋ ਗਏ ਸਨ। ਕਈ ਵਾਰੀ ਕਾਂਗਰਸ ਦੇ ਖਿਲਾਫ ਉਹ ਬਿਆਨ ਦੇ ਚੁੱਕੇ ਨੇ। ਕਾਂਗਰਸ ਪਾਰਟੀ ਦੇ ਵਿੱਚ ਹੁੰਦੇ ਹੋਏ ਵੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਵੀ ਕ੍ਰਾਸ ਵੋਟਿੰਗ ਵਿੱਚ ਉਹਨਾਂ ਦਾ ਨਾਮ ਹੀ ਸਾਹਮਣੇ ਆ ਰਿਹਾ ਹੈ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਬੋਹਰ ਦੌਰੇ ਤੇ ਪਹੁੰਚੇ ਹੋਏ ਸੀ। ਉਹਨਾਂ ਨੇ ਸੰਦੀਪ ਜਾਖੜ ਤੇ ਸਖਤ ਟਿੱਪਣੀ ਕਰਦੇ ਹੋਏ ਚੁਣੌਤੀ ਦਿੱਤੀ ਸੀ ਕਿ ਹਿੰਮਤ ਹੈ ਤਾਂ ਸੰਦੀਪ ਜਾਖੜ ਕਾਂਗਰਸ ਦੇ ਬਿਨਾਂ ਚੋਣ ਜਿੱਤ ਕੇ ਦਿਖਾਉਣ, ਯਾਨੀ ਕਿ ਕਾਂਗਰਸ ਦੇ ਨਿਸ਼ਾਨ ਤੋਂ ਬਿਨਾਂ ਚੋਣ ਜਿੱਤ ਕੇ ਦਿਖਾਉਣ। ਉਸ ਤੋਂ ਬਾਅਦ ਸੰਦੀਪ ਜਾਖੜ ਨੇ ਵੀ ਤਿੱਖਾ ਜਵਾਬ ਦਿੱਤਾ ਹੈ। ਪਿਛਲੇ ਦਿਨੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਮਰਹੂਮ ਅਦਾਕਾਰ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੇ ਨਾਲ ਲਾਲ ਕਿਲੇ ਤੇ ਝੰਡਾ ਝੁਲਾਉਣ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਇਸ ਵੀਡੀਓ ਨੂੰ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਜਵਾਬ ਮੰਗਿਆ ਸੀ ਕਿ ਉਹ ਇਸ ਬਾਰੇ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਇਸ ਬੰਦੇ ਨੂੰ ਆਪਣੀ ਕੈਬਨਿਟ ਦੇ ਵਿੱਚ ਕਿਵੇਂ ਸ਼ਾਮਲ ਕੀਤਾ ਹੈ ਜੋ ਕਿ ਦੀਪ ਸਿੱਧੂ ਦੇ ਨਾਲ ਲਾਲ ਕਿਲੇ ਤੇ ਕੇਸਰੀ ਝੰਡਾ ਝੁਲਾਉਣ ਵੇਲੇ ਸ਼ਾਮਲ ਸੀ। ਤੇ ਹੁਣ ਉਸ ਵੀਡੀਓ ਦੇ ਬਾਰੇ ਸੁਖਪਾਲ ਖਹਿਰਾ ਦੇ ਇਲਜ਼ਾਮ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਬਿਆਨ ਸਾਹਮਣੇ ਆਇਆ। ਭੁੱਲਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਵਾਲ ਦੇ ਜਵਾਬ 'ਚ ਕਿਹਾ ਕਿ ਹਾਂ, ਮੈਂ ਦਿੱਲੀ ਕਿਸਾਨ ਮੋਰਚੇ ਵਿੱਚ ਗਿਆ ਸੀ, ਮੈਂ ਲਾਲ ਕਿਲੇ ਤੇ ਵੀ ਗਿਆ ਸੀ ਕਿਉਂਕਿ ਮੈਂ ਕਿਸਾਨ ਦਾ ਪੁੱਤ ਹਾਂ। ਖਹਿਰਾ ਤੇ ਵਰਦਿਆਂ ਭੁੱਲਰ ਨੇ ਕਿਹਾ ਕਿ ਖਹਿਰੇ ਦਾ ਪਿਤਾ ਖਾਲਿਸਤਾਨ ਦੀ ਮੰਗ ਕਰਦਾ ਸੀ। ਪਹਿਲਾਂ ਖਹਿਰਾ ਆਪਣੇ ਪਿਤਾ ਬਾਰੇ ਦੱਸੇ, ਸਪਸ਼ਟ ਕਰੇ ਕਿ ਉਹ ਆਪਣੇ ਪਿਤਾ ਦੇ ਨਾਲ ਹਨ ਜਾਂ ਫਿਰ ਨਹੀਂ। ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ 60 ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮੁਖੀਆਂ ਨੂੰ ਸਿਖਲਾਈ ਦੇ ਲਈ ਕੈਨੇਡਾ, ਯੂਕੇ ਤੇ ਸਿੰਗਾਪੁਰ ਆਦਿ ਹੋਰ ਮੁਲਕਾਂ ਦੇ ਵਿੱਚ ਭੇਜਿਆ ਜਾਊਗਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਵੀ ਇਸ ਮਦ ਨੂੰ ਸ਼ਾਮਲ ਕੀਤਾ ਸੀ। ਮੰਤਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਸੂਬੇ ਦੇ ਵਿੱਚ 20,000 ਸਰਕਾਰੀ ਸਕੂਲ ਨੇ। ਇਹਨਾਂ ਵਿੱਚੋਂ 400 ਸਕੂਲਾਂ ਦੇ ਵਿੱਚ ਇੱਕ ਵੀ ਅਧਿਆਪਕ ਨਹੀਂ ਹੈ, ਜਦਕਿ 1600 ਸਕੂਲਾਂ ਦੇ ਵਿੱਚ ਸਿਰਫ ਇੱਕ ਅਧਿਆਪਕ ਦੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ।
ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਕਲਾਸਰੂਮ, ਲੈਬਸ, ਸਟਾਫ, ਖੇਡ ਮੈਦਾਨ, ਪਖਾਨੇ, ਡੈਸਕ ਆਦਿ ਦੀ ਜਾਣਕਾਰੀ ਲਈ ਸਰਵੇਖਣ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ। ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਖਬਰ ਹੈ, ਜਿੱਥੇ 에ਅਰਪੋਰਟ ਤੇ ਰਾਤ 10 ਵਜੇ ਯਾਤਰੀਆਂ ਨੇ ਜੰਮ ਕੇ ਹੰਗਾਮਾ ਕੀਤਾ। ਦਰਅਸਲ ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾਣ ਵਾਲੀ ਫਲਾਈਟ ਰਾਤ ਨੂੰ ਅਚਾਨਕ ਰੱਦ ਕਰ ਦਿੱਤੀ ਗਈ, ਜਿਸ ਤੋਂ ਬਾਅਦ ਯਾਤਰੀਆਂ ਕੋਲ ਨਾ ਤਾਂ ਅੱਗੇ ਜਾਣ ਲਈ ਕੋਈ ਫਲਾਈਟ ਸੀ ਤੇ ਨਾ ਹੀ ਉੱਥੇ ਰਾਤ ਨੂੰ ਰੁਕਣ ਦਾ ਕੋਈ ਪ੍ਰਬੰਧ ਸੀ। ਅਹਿਮਦਾਬਾਦ ਤੋਂ ਆ ਰਹੀ ਸਪਾਈਸਜੈਟ ਦੀ ਫਲਾਈਟ SG3790 ਕਰੀਬ 1 ਘੰਟੇ ਦੀ ਦੇਰੀ ਨਾਲ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰੀ। ਇਹੀ ਫਲਾਈਟ ਰਾਤ 10 ਵਜੇ ਅੰਮ੍ਰਿਤਸਰ ਤੋਂ ਅਹਿਮਦਾਬਾਦ ਦੇ ਲਈ ਵਾਪਸ ਜਾਣੀ ਸੀ। ਯਾਤਰੀਆਂ ਦੀ ਸਾਰੀ ਚੈਕਿੰਗ ਵਗੈਰਾ ਵੀ ਹੋ ਚੁੱਕੀ ਸੀ, ਪਰ ਐਂਡ ਸਮੇਂ ਤੇ ਆ ਕੇ ਕਹਿ ਦਿੱਤਾ ਗਿਆ ਕਿ ਫਲਾਈਟ ਨਹੀਂ ਉੱਡ ਸਕਦੀ ਤੇ ਪੂਰੀ ਰਾਤ ਯਾਤਰੀ ਇਸ 에ਅਰਪੋਰਟ ਤੇ ਹੀ ਪਰੇਸ਼ਾਨ ਰਹੇ। 15 ਅਗਸਤ ਨੂੰ ਦੇਸ਼ ਵੰਡ ਦੇ 76ਵੇਂ ਦਿਹਾੜੇ ਦੇ ਮੌਕੇ, ਜਿੱਥੇ ਪੂਰੇ ਭਾਰਤ ਦੇ ਵਿੱਚ ਭਾਰਤ ਸਰਕਾਰ ਦੇ ਕਹਿਣ ਤੇ ਜ਼ਿਆਦਾਤਰ ਲੋਕਾਂ ਨੇ ਤਿਰੰਗਾ ਲਹਿਰਾਇਆ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਘਰ ਦੇ ਉੱਤੇ ਜਿਹੜਾ ਹੈਗਾ ਉਹ ਕੇਸਰੀ ਨਿਸ਼ਾਨ ਲਹਿਰਾਇਆ। ਸੰਸਦ ਮੈਂਬਰ ਨੇ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ, ਇਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਤਿਰੰਗੇ ਦੀ ਥਾਂ ਤੇ ਕੇਸਰੀ ਨਿਸ਼ਾਨ ਲਹਿਰਾਇਆ ਜਾਵੇ ਤੇ ਇਸੇ ਐਲਾਨ ਨੂੰ ਉਹਨਾਂ ਨੇ ਖੁਦ ਵੀ ਪੂਰ ਚੜਾਇਆ ਤੇ ਸਿਮਰਨਜੀਤ ਮਾਨ ਨੇ ਸੋਸ਼ਲ ਮੀਡੀਆ ਪੇਜ ਟਵਿੱਟਰ ਤੇ ਵੀ ਕੇਸਰੀ ਨਿਸ਼ਾਨ ਹੈ ਜਿਹੜਾ ਉਹ ਲਾ ਦਿੱਤਾ, ਜਿਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਵੀ ਲੱਗੀ ਹੋਈ ਹੈ। ਇਸੇ ਤਰ੍ਹਾਂ ਸੋਸ਼ਲ ਮੀਡੀਆ ਨੂੰ ਖੋਲੋ, ਫੇਸਬੁੱਕ ਨੂੰ ਖੋਲੋ ਜਾਂ ਫਿਰ ਟਵਿੱਟਰ ਨੂੰ ਖੋਲੋ, ਜਿਹੜੇ ਖਾਸ ਕਰਕੇ ਸਿੱਖ ਨੌਜਵਾਨਾਂ ਦੇ ਪੇਜ ਨੇ, ਉਹਨਾਂ ਨੇ ਵੀ ਆਪਣੇ ਪ੍ਰੋਫਾਈਲ ਦੇ ਉੱਤੇ ਜਿਹੜੀ ਤਸਵੀਰ ਹੈ ਉਸ ਨੂੰ ਕੇਸਰੀ ਨਿਸ਼ਾਨ ਦੇ ਵਿੱਚ ਬਦਲ ਦਿੱਤਾ ਸੀ, ਜਦਕਿ ਜ਼ਿਆਦਾਤਰ ਜਿਹੜੇ ਭਾਰਤ ਦੇ ਲੋਕ ਨੇ ਉਹਨਾਂ ਨੇ ਤਿਰੰਗੇ ਦੇ ਨਾਲ ਆਪਣੀ ਤਸਵੀਰ ਨੂੰ, ਪ੍ਰੋਫਾਈਲ ਤਸਵੀਰ ਨੂੰ ਬਦਲਿਆ ਸੀ। ਕਾਂਗਰਸ ਦੀ ਲੀਡਰ ਅਲਕਾ ਲਾਂਬਾ ਨੇ ਵੀ 76ਵੇਂ ਆਜ਼ਾਦੀ ਦਿਹਾੜੇ ਮੌਕੇ ਬੀਜੇਪੀ ਸਰਕਾਰ ਤੇ ਹਮਲਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਯਾਦ ਕਰਵਾਇਆ ਕਿ ਦੇਸ਼ ਦਾ ਮੁੱਖ ਮੁੱਦਾ ਨੌਜਵਾਨ ਤੇ ਬੇਰੁਜ਼ਗਾਰੀ ਹੈ। ਅਲਕਾ ਲਾਂਬਾ ਨੇ ਬੀਜੇਪੀ ਲੀਡਰ ਦੇ ਪੁਰਾਣੇ ਟਵੀਟ ਨੂੰ ਰੀਟਵੀਟ ਕਰਦਿਆਂ ਕਿਹਾ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਲਈ ਮਸਲਾ ਨੌਜਵਾਨ ਤੇ ਬੇਰੁਜ਼ਗਾਰੀ ਨਹੀਂ ਹੈ, ਪਰਿਵਾਰਵਾਦ ਹੈ। ਤੇ ਅਲਕਾ ਲਾਂਬਾ ਨੇ ਬੀਜੇਪੀ ਲੀਡਰ ਵਰੁਣ ਗਾਂਧੀ ਦਾ ਟਵੀਟ ਰੀਟਵੀਟ ਕੀਤਾ ਸੀ, ਜਿਹੜਾ ਕਿ ਉਹਨਾਂ ਨੇ ਬੇਰੁਜ਼ਗਾਰੀ ਬਾਰੇ ਕੀਤਾ ਸੀ। ਵਰੁਣ ਗਾਂਧੀ ਨੇ ਲਿਖਿਆ ਸੀ ਕਿ ਸਰਕਾਰ ਵੱਲੋਂ ਸੰਸਦ ਵਿੱਚ ਦਿੱਤੇ ਗਏ ਅੰਕੜੇ ਬੇਰੁਜ਼ਗਾਰੀ ਦੇ ਹਾਲਾਤ ਬਿਆਨ ਕਰਦੇ ਨੇ। ਪਿਛਲੇ 8 ਸਾਲਾਂ ਦੇ ਵਿੱਚ 22 ਕਰੋੜ ਨੌਜਵਾਨਾਂ ਨੇ ਕੇਂਦਰੀ ਵਿਭਾਗਾਂ ਵਿੱਚ ਨੌਕਰੀਆਂ ਲਈ ਅਪਲਾਈ ਕੀਤਾ, ਜਿਨ੍ਹਾਂ ਵਿੱਚੋਂ ਸਿਰਫ 7 ਲੱਖ ਨੂੰ ਹੀ ਰੁਜ਼ਗਾਰ ਮਿਲਿਆ, ਜਦਕਿ ਦੇਸ਼ ਦੇ ਵਿੱਚ 1 ਕਰੋੜ ਦੇ ਕਰੀਬ ਮਨਜ਼ੂਰ ਅਸਾਮੀਆਂ ਖਾਲੀ ਨੇ। ਤਾਂ ਇਸ ਹਾਲਾਤ ਦੇ ਲਈ ਆਖਿਰਕਾਰ ਜ਼ਿੰਮੇਦਾਰ ਕੌਣ ਹੈ? ਤੇ ਵਰੁਣ ਗਾਂਧੀ ਨੇ ਇਹ ਟਵੀਟ 28 ਜੁਲਾਈ ਨੂੰ ਕੀਤਾ ਸੀ ਤੇ ਅਲਕਾ ਲਾਂਬਾ ਨੇ ਇਸ ਨੂੰ 15 ਅਗਸਤ ਨੂੰ ਸਾਂਝਾ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਭਾਰਤ ਨੂੰ ਆਜ਼ਾਦੀ ਦਿਹਾੜੇ ਮੌਕੇ ਸ਼ੁਭਕਾਮਨਾਵਾਂ ਭੇਜੀਆਂ ਅਤੇ ਅਮਰੀਕਾ ਦੇ ਵਿਕਾਸ ਵਿੱਚ ਭਾਰਤੀਆਂ ਦੇ ਯੋਗਦਾਨ ਨੂੰ ਯਾਦ ਕੀਤਾ। 40 ਲੱਖ ਭਾਰਤੀ ਮੂਲ ਦੇ ਅਮਰੀਕਨਾਂ ਦੇ ਅਮਰੀਕਾ ਵਿੱਚ ਵਿਕਾਸ ਵਿੱਚ ਯੋਗਦਾਨ ਨੂੰ ਉਹਨਾਂ ਨੇ ਯਾਦ ਕੀਤਾ ਅਤੇ ਅਮਰੀਕਾ ਨੂੰ ਹੋਰ ਇਨੋਵੇਟਿਵ, ਸਮਾਵੇਸ਼ੀ ਅਤੇ ਮਜ਼ਬੂਤ ਦੇਸ਼ ਬਣਾਉਣ ਦਾ ਕ੍ਰੈਡਿਟ ਵੀ ਦਿੱਤਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀ ਭਾਰਤ ਨੂੰ ਵਧਾਈ ਦਿੱਤੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਭਾਰਤ ਨੂੰ ਵਧਾਈਆਂ ਦਿੱਤੀਆਂ ਅਤੇ ਇੱਕ ਵਾਰ ਫਿਰ ਭਾਰਤ ਦੀ ਆਜ਼ਾਦ ਵਿਦੇਸ਼ ਨੀਤੀ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਹ ਹੁੰਦਾ ਹੈ ਆਜ਼ਾਦ ਮੁਲਕ। ਇਮਰਾਨ ਖਾਨ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਰੂਸ ਤੋਂ ਤੇਲ ਖਰੀਦਣ ਦੇ ਮਸਲੇ ਤੇ ਅਮਰੀਕੀ ਦਬਾਅ ਨੂੰ ਨਜ਼ਰਅੰਦਾਜ਼ ਕਰਨ ਦੇ ਵਿੱਚ ਵੀ ਤਾਰੀਫ ਕੀਤੀ। ਇਮਰਾਨ ਖਾਨ ਪਾਕਿਸਤਾਨ ਦੀ 75ਵੀਂ ਵਰ੍ਹੇਗੰਢ ਤੇ ਲਾਹੌਰ ਵਿੱਚ ਹੋਈ ਆਪਣੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ ਦੀ ਰੈਲੀ ਵਿੱਚ ਬੋਲ ਰਹੇ ਸਨ। ਉਹਨਾਂ ਕਿਹਾ ਕਿ ਅਮਰੀਕਾ ਦੇ ਲਗਾਤਾਰ ਦਬਾਅ ਦੇ ਬਾਵਜੂਦ ਭਾਰਤ ਰੂਸ ਤੋਂ ਸਸਤਾ ਤੇਲ ਖਰੀਦਣ ਤੇ ਅਡਿੱਗ ਰਿਹਾ, ਕਿਉਂਕਿ ਅਜਿਹਾ ਕਰਨਾ ਭਾਰਤ ਦੇ ਲੋਕਾਂ ਦੇ ਹਿੱਤ ਵਿੱਚ ਸੀ। ਪਰ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਕਹਿੰਦੀ ਹੈ ਕਿ ਪਾਕਿਸਤਾਨ ਦੇ ਲਈ ਬਿਨਾਂ ਅਮਰੀਕਾ ਦੇ ਸਮਰਥਨ ਤੋਂ ਜਿਉਣਾ ਹੀ ਸੰਭਵ ਨਹੀਂ ਹੈ। ਇਹ ਤੰਜ ਕੱਸਿਆ ਇਮਰਾਨ ਖਾਨ ਨੇ। ਉਧਰ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਲਾਲ ਚੌਂਕ ਦੇ ਵਿੱਚ ਘੜੀ ਟਾਵਰ ਤੇ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਵੀ ਆਰਐਸਐਸ ਦੇ ਮੁੱਖ ਦਫ਼ਤਰ ਤੇ ਪਹਿਲੀ ਵਾਰੀ ਲੱਗਦਾ ਤਿਰੰਗਾ ਲਹਿਰਾਇਆ। ਉਹਨਾਂ ਨੇ ਕਿਹਾ ਕਿ ਝੰਡੇ ਦੇ ਵਿਚਾਲੇ ਧਰਮ ਚੱਕਰ ਬਣਿਆ ਹੋਇਆ ਹੈ। ਮੋਹਨ ਭਾਗਵਤ ਨੇ ਤਿਰੰਗਾ ਲਹਿਰਾਉਣ ਦੇ ਨਾਲ ਭਾਰਤ ਮਾਤਾ ਦੀ ਤਸਵੀਰ ਤੇ ਮਾਲਾ ਵੀ ਚੜਾਈ। ਮੋਹਨ ਭਾਗਵਤ ਨੇ ਕਿਹਾ ਕਿ 15 ਅਗਸਤ ਨੂੰ ਸਾਨੂੰ ਜੋ ਆਜ਼ਾਦੀ ਮਿਲੀ ਉਸ ਦੇ ਲਈ ਕਈ ਲੋਕਾਂ ਨੇ ਕਈ ਕੰਮ ਕੀਤੇ। ਇਸ ਮੌਕੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਇਲਜ਼ਾਮ ਲਾਇਆ ਕਿ ਮੋਦੀ ਸਰਕਾਰ ਆਤਮ-ਮੁਗਧ ਹੈ, ਜੋ ਸੁਤੰਤਰਤਾ ਸੈਨਾਨੀਆਂ ਦੀਆਂ ਉਪਲਬਧੀਆਂ ਨੂੰ ਕਮਜ਼ੋਰ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਵਾਸੀਆਂ ਦੇ ਨਾਮ ਜਾਰੀ ਆਪਣੇ ਸੰਦੇਸ਼ ਦੇ ਵਿੱਚ ਸੋਨੀਆ ਗਾਂਧੀ ਨੇ ਕਿਹਾ ਕਿ ਅਸੀਂ 75 ਸਾਲਾਂ ਦੇ ਵਿੱਚ ਅਨੇਕਾਂ ਉਪਲਬਧੀਆਂ ਹਾਸਲ ਕੀਤੀਆਂ ਨੇ, ਪਰ ਅੱਜ ਦੀ ਆਤਮ-ਮੁਗਧ ਸਰਕਾਰ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਮਹਾਨ ਬਲੀਦਾਨਾਂ ਅਤੇ ਦੇਸ਼ ਦੀਆਂ ਗੌਰਵਸ਼ਾਲੀ ਉਪਲਬਧੀਆਂ ਨੂੰ ਤੁੱਛ ਸਾਬਿਤ ਕਰਨ ਤੇ ਤੁਲੀ ਹੋਈ ਹੈ, ਜਿਸ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸੋਨੀਆ
ਸੋਨੀਆ ਗਾਂਧੀ ਨੇ ਵੀ ਕਿਹਾ ਕਿ ਸਿਆਸੀ ਲਾਭ ਦੇ ਲਈ ਇਤਿਹਾਸਿਕ ਤੱਥਾਂ ਤੇ ਕੋਈ ਵੀ ਗਲਤ ਬਿਆਨੀ ਅਤੇ ਗਾਂਧੀ, ਨਹਿਰੂ, ਪਟੇਲ, ਆਜ਼ਾਦ ਵਰਗੀਆਂ ਜਿਹੜੀਆਂ ਮਹਾਨ ਹਸਤੀਆਂ ਸੀ ਉਹਨਾਂ ਨੂੰ ਝੂਠ ਦੇ ਆਧਾਰ ਤੇ ਕਟਹਿਰੇ ਦੇ ਵਿੱਚ ਖੜੇ ਕਰਨ ਦੇ ਹਰ ਕੋਸ਼ਿਸ਼ ਦਾ ਕਾਂਗਰਸ ਪੁਰਜ਼ੋਰ ਵਿਰੋਧ ਕਰਦੀ ਰਹੇਗੀ। ਪੱਛਮੀ ਬੰਗਾਲ ਤੋਂ ਖਬਰ ਹੈ ਜਿੱਥੇ ਤ੍ਰਿਣਮੂਲ ਕਾਂਗਰਸ ਦੇ ਕੌਮੀ ਮੁੱਖ ਸਕੱਤਰ ਤੇ ਪਾਰਟੀ ਦੇ ਸਾਂਸਦ ਅਭਿਸ਼ੇਕ ਬੈਨਰਜੀ ਨੇ ਆਜ਼ਾਦੀ ਦਿਹਾੜੇ ਮੌਕੇ ਬਿਨਾਂ ਨਾਮ ਲਏ ਨਰਿੰਦਰ ਮੋਦੀ ਦੀ ਸਰਕਾਰ ਤੇ ਨਿਸ਼ਾਨਾ ਸਾਧਿਆ। ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਕੀ ਇਹ ਸਹੀ ਮਾਇਨਿਆਂ ਦੇ ਵਿੱਚ ਉਹੀ ਆਜ਼ਾਦੀ ਹੈ ਜਿਸ ਦੇ ਲਈ ਸਾਡੇ ਪੁਰਖਿਆਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ। ਆਪਣੇ ਆਪ ਤੋਂ ਪੁੱਛੋ ਕਿ ਇਹ ਨੇਤਾ ਜੀ ਦਾ ਭਾਰਤ ਹੈ, ਕਿ ਅੱਜ ਦਾ ਭਾਰਤ ਸ਼ਹੀਦ ਭਗਤ ਸਿੰਘ ਦਾ ਭਾਰਤ ਹੈ, ਕਿ ਇਹ ਉਹੀ ਭਾਰਤ ਹੈ ਜਿਸ ਦਾ ਗਾਂਧੀ ਜੀ ਨੇ ਸੁਪਨਾ ਦੇਖਿਆ ਸੀ। ਉਹਨਾਂ ਕਿਹਾ ਕਿ ਅੱਜ ਜਾਣਬੁੱਝ ਕੇ ਸਰਕਾਰ ਅਤੇ ਰਾਸ਼ਟਰ ਦੇ ਵਿਚਾਲੇ ਲਕੀਰ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰੀਕ੍ਰਿਤ ਭਾਰਤ ਦੀ ਧਾਰਨਾ ਨੂੰ ਲੈ ਕੇ ਸੰਕਲਪ ਦੇਣ ਦੀ ਪ੍ਰਵਿਰਤੀ ਵੱਧਦੀ ਜਾ ਰਹੀ ਹੈ। ਜੋ ਇਹ ਨਹੀਂ ਕਰਦੇ ਉਹਨਾਂ ਨੂੰ ਦੇਸ਼ ਧਰੋਹੀ ਕਿਹਾ ਜਾਂਦਾ ਹੈ। ਉਹਨਾਂ ਨੂੰ ਯਾਦ ਦਿਵਾਉਣ ਦਾ ਸਮਾਂ ਆ ਗਿਆ ਕਿ ਦੇਸ਼ ਦੇ ਪ੍ਰਤੀ ਸਾਡਾ ਪਿਆਰ ਕੇਂਦਰੀਕ੍ਰਿਤ ਭਾਰਤ ਦੀ ਧਾਰਨਾ ਤੋਂ ਕਿਤੇ ਪਰੇ ਹੈ। Is this really the freedom that our brave forefathers laid their lives for? Ask yourself, is this Netaji's India? Is today's India Bhagat Singh's India? Is this the India that Gandhiji dreamt of? Today we are seeing a conscious attempt to blur the lines between the government and the nation. There is a tendency to pledge to a unitary idea of India, and those who fail are touted as Deshdrohis or anti-nationals. It is time that we remind them that our love for our nation is beyond any unitary ideology. ਅਮਰੀਕਾ ਤੋਂ ਇੱਕ ਵੱਡੀ ਖਬਰ ਹੈ ਜੋ ਕਿ ਭਾਰਤ ਦੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਲ ਜੁੜੀ ਹੋਈ ਹੈ। ਨਿਰਮਲਾ ਸੀਤਾਰਮਨ ਇੱਕ ਵੱਡੀ ਸਮੱਸਿਆ ਦੇ ਵਿੱਚ ਆ ਗਏ ਨੇ ਕਿਉਂਕਿ ਭਾਰਤੀ ਮੂਲ ਦੇ ਅਮਰੀਕੀ ਅਤੇ ਦੇਵਾਸ ਕੰਪਨੀ ਦੇ ਬਾਨੀ ਰਾਮਚੰਦਰਨ ਵਿਸ਼ਵਨਾਥਨ ਨੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਸਮੇਤ 11 ਭਾਰਤੀਆਂ ਖਿਲਾਫ ਭ੍ਰਿਸ਼ਟਾਚਾਰ ਅਤੇ ਮਨੁੱਖੀ ਹੱਕਾਂ ਦੇ ਘਾਣ ਦਾ ਦੋਸ਼ ਲਾਉਂਦਿਆਂ ਉਹਨਾਂ ਤੇ ਆਰਥਿਕ ਤੇ ਵੀਜ਼ਾ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਹੈ। ਇਹਨਾਂ ਸਾਰਿਆਂ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਸੰਬੰਧ ਦੇ ਵਿੱਚ ਉਸਨੇ ਗਲੋਬਲ ਮੈਗਨਿਟਸਕੀ ਹਿਊਮਨ ਰਾਈਟਸ ਅਕਾਊਂਟੇਬਿਲਿਟੀ ਐਕਟ ਦੇ ਤਹਿਤ ਅਮਰੀਕੀ ਵਿਦੇਸ਼ ਵਿਭਾਗ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਇਹ ਪਟੀਸ਼ਨ ਭਾਰਤ ਸਰਕਾਰ ਅਤੇ ਦੇਵਾਸ ਦੇ ਵਿਚਕਾਰ ਚੱਲ ਰਹੀ ਜੰਗ ਦਾ ਹਿੱਸਾ ਹੈ ਜਿਸ ਤਹਿਤ ਸਮਝੌਤਾ ਕਰਾਉਣ ਲਈ $1 ਅਰਬ ਦੀ ਮੰਗ ਕੀਤੀ ਗਈ ਹੈ। ਸੀਤਾਰਮਨ ਤੋਂ ਇਲਾਵਾ ਐਂਟਰਿਕਸ ਦੇ CEO ਰਾਕੇਸ਼ ਸ਼ਸ਼ੀ ਭੂਸ਼ਣ, ਸੁਪਰੀਮ ਕੋਰਟ ਦੇ 2 ਜੱਜ ਅਤੇ ਏ ਸਦੀਕ ਮੁਹੰਮਦ ਨਾਇਜਨਾਰ ਇਹ ਸਾਰੇ ਈਡੀ ਅਧਿਕਾਰੀ ਨੇ, 3 ਈਡੀ ਅਧਿਕਾਰੀ ਨੇ ਤੇ 2 ਜਿਹੜੇ ਨੇ ਉਹ ਜੱਜ ਨੇ। ਇਹਨਾਂ ਖਿਲਾਫ ਵੀ ਪਟੀਸ਼ਨ ਦਾਖਲ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਵੇਂ ਇਸ ਕਾਰੇ ਦੇ ਲਈ ਪਿਛਲੀ ਕਾਂਗਰਸ ਸਰਕਾਰ ਤੇ ਦੋਸ਼ ਮੜਿਆ ਤੇ ਕਿਹਾ ਕਿ ਕੇਂਦਰ ਕੌਮਾਂਤਰੀ ਸਾਲਸੀ ਫੈਸਲੇ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੇ ਆਧਾਰ ਤੇ ਚੁਣੌਤੀ ਦੇਵੇਗਾ। ਦਰਅਸਲ ਯੂਪੀਏ ਸਰਕਾਰ ਦੇ ਵੱਲੋਂ ਦੇਵਾਸ ਅਤੇ ਇਸਰੋ ਦੀ ਕੰਪਨੀ ਐਂਟਰਿਕਸ ਦੇ ਵਿਚਕਾਰ ਹੋਏ ਸੌਦੇ ਨੂੰ ਰੱਦ ਕਰਨ ਤੋਂ ਬਾਅਦ ਨਿਵੇਸ਼ਕਾਂ ਨੇ ਕੌਮਾਂਤਰੀ ਸਾਲਸ ਦੇ ਵਿੱਚ 3 ਕੇਸ ਕੀਤੇ ਸਨ। ਭਾਰਤ ਸਰਕਾਰ ਸਾਰੇ ਕੇਸ ਹਾਰ ਗਈ ਸੀ ਪਰ ਵਿਸ਼ਵਨਾਥਨ ਨੇ ਦਿੱਲੀ ਖਿਲਾਫ ਲੋਹਾ ਲੈਂਦਿਆਂ ਕੈਨੇਡਾ ਦੇ ਵਿੱਚ 에ਅਰ ਇੰਡੀਆ ਦੀ ਸੰਪत्ति ਅਤੇ ਫਰਾਂਸ ਦੇ ਵਿੱਚ ਭਾਰਤ ਸਰਕਾਰ ਦੀ ਸੰਪत्ति ਤੇ ਦਾਅਵਾ ਜਤਾਇਆ ਸੀ। ਭਾਰਤ ਸਰਕਾਰ ਨੂੰ ਕੇਅਰਨਜ਼ ਐਨਰਜੀ ਦੇ ਨਾਲ ਜੁੜੇ ਇੱਕ ਹੋਰ ਕੇਸ ਵਿੱਚ 8000 ਕਰੋੜ ਰੁਪਏ ਵੀ ਮੋੜਨੇ ਪੈ ਰਹੇ ਨੇ ਅਤੇ ਮੈਗਨਿਟਸਕੀ ਪਟੀਸ਼ਨ ਵੀ ਇਸੇ ਇਰਾਦੇ ਦੇ ਨਾਲ ਪਾਈ ਗਈ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ। ਧੰਨਵਾਦ।